ਸਲੋਕ ਮਹਿਲਾ ਤੀਜਾ। ਸ਼ੇਖਾ ਚੌਚਕਿਆ ਚੌਵਾਇਆ, ਇਹ ਮਨ ਇਕਤ ਕਰ ਆਣ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਇਸ ਸਲੋਕ ਰਾਹੀਂ ਗੁਰੂਦੇਵ ਪਾਤਸ਼ਾਹ ਜੀ ਦੀ ਕਿਸੇ ਸ਼ੇਖ ਦੇ ਨਾਲ ਗੱਲਬਾਤ ਹੁੰਦੀ ਪ੍ਰਤੀਤ ਹੋ ਰਹੀ ਹੈ, ਜਿਸ ਦੇ ਅੰਦਰ ਚੁਗਲੀਆਂ ਜਾਂ ਹੋਰ ਕੁਝ ਵਿਕਾਰ ਕਮਾਨ ਦੀਆਂ ਵਾਦੀਆਂ ਨੇ। ਗੁਰੂ ਪਾਤਸ਼ਾਹ ਜੀ ਉਸ ਨੂੰ ਸਿੱਖਿਆ ਦੇ ਰਹੇ ਹਨ, ਲੇਕਿਨ ਇਹ ਸਿੱਖਿਆ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ, ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਸਾਰੇ ਸੰਸਾਰ ਲਈ ਸਾਂਝੀ ਸਿੱਖਿਆ ਹੁੰਦੀ ਹੈ। ਹਰ ਇਨਸਾਨ ਵਾਸਤੇ ਇਹ ਚੰਗੀ ਸਿੱਖਿਆ ਹੈ ਔਰ ਹਰ ਇਨਸਾਨ ਨੂੰ ਇਹ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਨੇ। ਸ਼ੇਖਾ ਦਾ ਮਤਲਬ ਹੈ ਸ਼ੇਖ। ਚੌਚਕਿਆ ਦਾ ਮਤਲਬ ਚੱਕਿਆ ਹੋਇਆ, ਜਿਹੜਾ ਚਾਰ ਬੰਦਿਆਂ ਦਾ ਚੱਕਿਆ ਹੁੰਦਾ ਹੈ। ਚਾਰ ਚੱਕਾ, ਚੌਚਕਿਆ, ਭੌਣ ਵਾਲਾ, ਚੁਫੇਰ ਗੜੀਆ। ਚੌਵਾਇਆ ਦਾ ਮਤਲਬ ਚਾਰੇ ਹਵਾਵਾਂ ਦੇ ਨਾਲ ਇਧਰ ਉਧਰ ਝੂਲਦਾ ਡੋਲਣ ਵਾਲਾ। ਤਾਂ ਗੁਰੂ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਕਹਿ ਰਹੇ ਨੇ ਕਿ ਹੇ ਚਾਰੇ ਪਾਸੀ ਭਟਕਣ ਵਾਲੇ ਤੇ ਚਾਰਾਂ ਹੀ ਹਵਾਵਾਂ ਦੇ ਉਡਾਏ ਹੋਏ ਸ਼ੇਖ, ਤੂੰ ਆਪਣੇ ਮਨ ਨੂੰ ਟਿਕਾਣੇ ਰੱਖ। ਇਹ ਮਨ ਇਕਤ ਕਰ ਆਣ। ਇਕਤ ਕਰ ਦਾ ਮਤਲਬ ਇੱਕ ਘਰ ਵਿੱਚ ਟਿਕਾਣੇ, ਭਾਵ ਕਿ ਆਪਣੇ ਮਨ ਨੂੰ ਡੋਲਣ ਤੋਂ ਔਰ ਭਟਕਣ ਤੋਂ ਰੋਕ। ਹੁਣ ਕੀ ਹੁੰਦਾ ਹੈ ਕਿ ਆਮ ਆਦਮੀ ਆਪਣੀ ਸਮਝ ਜਾਂ ਕਾਮਨ ਸੈਂਸ ਤੋਂ ਕੰਮ ਨਹੀਂ ਲੈਂਦਾ। ਉਸ ਮਨੁੱਖ ਨੂੰ ਕੋਈ ਬੰਦਾ ਕਿਸੇ ਦੇ ਖਿਲਾਫ ਕੋਈ ਗੱਲ ਕਹਿੰਦਾ ਤੇ ਉਹ ਬੰਦਾ ਬਿਨਾਂ ਸੋਚਣ ਸਮਝਣ ਤੋਂ ਕਿ ਇਹ ਜੋ ਗੱਲ ਕਹਿ ਰਿਹਾ ਹੈ ਠੀਕ ਹੈ ਜਾਂ ਗਲਤ ਹੈ, ਕਿਸ ਭਾਵਨਾ ਨਾਲ ਕਹਿ ਰਿਹਾ ਹੈ, ਇਹ ਚੀਜ਼ ਸੋਚਣ ਸਮਝਣ ਤੋਂ ਬਿਨਾਂ ਹੀ ਕਿਸੇ ਦੂਜੇ ਬੰਦੇ ਦੇ ਖਿਲਾਫ ਹੋ ਜਾਂਦਾ ਹੈ ਔਰ ਉਸ ਦੇ ਖਿਲਾਫ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਚੀਜ਼ਾਂ ਠੀਕ ਨਹੀਂ ਹਨ। ਜਦੋਂ ਵੀ ਕੋਈ ਤੁਹਾਨੂੰ ਗੱਲਬਾਤ ਕਹੇ ਨਾ ਕਿਸੇ ਦੇ ਖਿਲਾਫ, ਤਾਂ ਦੋ ਤਿੰਨ ਗੱਲਾਂ ਪੁੱਛ ਲੈਣੀਆਂ ਬਹੁਤ ਜ਼ਰੂਰੀ ਨੇ। ਜੇ ਕੋਈ ਤੁਹਾਡੇ ਸੱਜਣ ਮਿੱਤਰ ਦੇ ਜਾਂ ਕਿਸੇ ਦੇ ਖਿਲਾਫ ਗੱਲ ਕਹਿੰਦਾ ਹੈ ਔਰ ਉਹ ਤੁਹਾਨੂੰ ਸੁਣਾਉਣਾ ਚਾਹੁੰਦਾ ਹੈ ਕਿ ਵੀਰ ਜਾਂ ਭੈਣ, ਮੈਂ ਤੈਨੂੰ ਇੱਕ ਗੱਲ ਦੱਸਣੀ ਹੈ ਕਿਸੇ ਬਾਰੇ, ਉਹਨੂੰ ਕਹੋ ਵੀ ਗੱਲ ਜ਼ਰੂਰ ਦੱਸ, ਪਰ ਤੈਨੂੰ ਇੱਕ ਛੋਟਾ ਜਿਹਾ ਇੱਕ ਇੰਟਰਵਿਊ ਤੈਨੂੰ ਪਾਸ ਕਰਨਾ ਪੈਣਾ ਹੈ। ਉਹ ਜੇ ਤੂੰ ਪਾਸ ਕਰ ਲਵੇਂ ਤਾਂ ਫਿਰ ਤੂੰ ਗੱਲ ਕਹੀਂ, ਮੈਂ ਤੇਰੀ ਗੱਲ ਜ਼ਰੂਰ ਸੁਣਾਂਗਾ। ਮੇਰੇ ਦੋ ਤਿੰਨ ਸਵਾਲ ਨੇ, ਪਹਿਲਾਂ ਉਹਨਾਂ ਦਾ ਉੱਤਰ ਜ਼ਰੂਰ ਦੇ, ਉਸ ਤੋਂ ਬਾਅਦ ਮੈਂ ਤੇਰੀ ਗੱਲ ਜ਼ਰੂਰ ਸੁਣਾਂਗਾ ਜੇ ਤੂੰ ਇਸ ਟੈਸਟ ਵਿੱਚ ਪਾਸ ਹੋ ਜਾਂਦਾ। ਪਹਿਲੀ ਗੱਲ ਉਹਦੇ ਤੋਂ ਇਹ ਪੁੱਛੋ ਕਿ ਜਿਹੜੀ ਗੱਲ ਤੂੰ ਕਹਿਣ ਲੱਗਾ ਹੈ ਉਹ ਬਿਲਕੁਲ ਸੱਚੀ ਹੈ, ਕਨਫਰਮ ਹੈ ਤੈਨੂੰ ਕਿ ਉਹਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ, ਕੀ ਉਹ ਗੱਲ ਬਿਲਕੁਲ ਸੱਚੀ ਹੈ। ਜੇ ਉਹ ਕਹੇ ਕਿ ਨਹੀਂ ਮੈਂ ਤਾਂ ਸੁਣੀ ਹੈ, ਸੁਣੀ ਸੁਣਾਈ ਹੈ, ਸੱਚੀ ਦਾ ਮੈਨੂੰ ਨਹੀਂ ਪਤਾ, ਕਨਫਰਮ ਨਹੀਂ, ਮੈਨੂੰ ਵਿਸ਼ਵਾਸ ਨਹੀਂ, ਤਾਂ ਉਹਨੂੰ ਕਹੋ ਵੀ ਫਿਰ ਇਹ ਗੱਲ ਨਾ ਕਹੇ। ਜਦੋਂ ਤੈਨੂੰ ਹੀ ਵਿਸ਼ਵਾਸ ਨਹੀਂ, ਕਨਫਰਮ ਨਹੀਂ, ਤਾਂ ਇਹ ਚੀਜ਼ ਨਾ ਬੋਲ। ਦੂਜਾ ਸਵਾਲ ਉਸ ਤੋਂ ਇਹ ਚੀਜ਼ ਪੁੱਛੋ ਕਿ ਜੋ ਤੂੰ ਕਹਿਣ ਲੱਗਾ ਹੈ ਉਹ ਗੱਲ ਚੰਗੀ ਹੈ ਕਿ ਬੁਰੀ ਹੈ, ਚੰਗੀ ਹੈ ਜਾਂ ਬੁਰੀ ਹੈ। ਤੇ ਜੇ ਉਹ ਕਹੇ ਵੀ ਚੰਗੀ ਤੇ ਨਹੀਂ ਬੁਰੀ ਹੈ, ਤੇ ਉਹਨੂੰ ਕਹੋ ਵੀ ਫਿਰ ਨਾ ਕਹੇ। ਬੁਰੀ ਗੱਲ ਕਰਨ ਦਾ ਲਾਭ ਕੀ ਹੈ, ਅੱਗੇ ਨਾ ਪ੍ਰਚਾਰ ਉਹਨੂੰ ਬੁਰੀ ਹੈ ਰਹਿਣ ਦੇ, ਨਾ ਕਹੇ। ਤੇ ਤੀਜੀ ਗੱਲ ਉਹਦੇ ਤੋਂ ਇਹ ਪੁੱਛੋ ਕਿ ਜਿਹੜੀ ਤੂੰ ਗੱਲ ਕਹਿਣ ਲੱਗਾ ਹੈ ਇਹ ਮੇਰੇ ਭਲੇ ਵਿੱਚ ਹੈ ਕਿ ਬੁਰੇ ਵਿੱਚ, ਕੀ ਇਹਦੇ ਨਾਲ ਮੇਰਾ ਕੋਈ ਲਾਭ ਹੋਏਗਾ ਜਾਂ ਨੁਕਸਾਨ ਹੋਏਗਾ। ਜੇ ਉਹ ਕਹੇ ਵੀ ਤੇਰਾ ਲਾਭ ਤੇ ਨਹੀਂ ਹੋਣਾ, ਤੇ ਫਿਰ ਉਹਨੂੰ ਕਹੋ ਵੀ ਇਹ ਗੱਲ ਨਾ ਕਹੇ। ਚੌਥੀ ਗੱਲ ਕਿ ਜਿਹੜੀ ਤੂੰ ਗੱਲ ਕਹਿਣ ਲੱਗਾ ਹੈ, ਇਹ ਗੱਲ ਕਹਿਣ ਜਾਂ ਪ੍ਰਚਾਰਨ ਦੇ ਨਾਲ ਜਿਸ ਬੰਦੇ ਦੇ ਖਿਲਾਫ ਤੂੰ ਕਹਿ ਰਿਹਾ ਉਹਦਾ ਭਲਾ ਹੋਏਗਾ ਕਿ ਬੁਰਾ। ਤੇ ਜੇ ਉਹ ਕਹੇ ਬੁਰਾ ਹੋਏਗਾ ਤੇ ਉਹਨੂੰ ਕਹੋ ਫਿਰ ਇਹ ਗੱਲਾਂ ਨਾ ਕਰ। ਫਿਰ ਇਹਨਾਂ ਗੱਲਾਂ ਦਾ ਲਾਭ ਕੀ ਹੈ। ਇਹਨੂੰ ਕਹਿੰਦੇ ਨੇ ਚੁੱਕਿਆ ਚੁਕਾਇਆ ਅੱਗੇ ਗੱਲ ਕਰਨੀ ਬਿਨਾਂ ਮਤਲਬ ਤੋਂ, ਜਿਸ ਬਾਰੇ ਅਸੀਂ ਕਨਫਰਮ ਨਹੀਂ ਹਾਂ ਕਿ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ, ਅਗਲੇ ਦਾ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ, ਜਿਹਦੇ ਬਾਰੇ ਮੈਂ ਦੱਸ ਰਿਹਾ, ਦੱਸਣ ਤੋਂ ਬਾਅਦ ਇਹਨਾਂ ਦੇ ਸੰਬੰਧ ਵਿਗੜਨਗੇ ਜਾਂ ਸੰਬੰਧ ਦੂਰ ਹੋਣਗੇ, ਔਰ ਜੋ ਮੈਂ ਕੰਮ ਕਰਨ ਲੱਗਾ ਇਹਦੇ ਨਾਲ ਮੇਰੇ ਸੰਬੰਧ ਵਿਗੜਨਗੇ ਜਾਂ ਦੂਰ ਹੋਣਗੇ, ਔਰ ਜੋ ਮੈਂ ਗੱਲ ਕਰਨ ਲੱਗਾ ਇਹ ਗੱਲ ਕਰਨ ਦੇ ਨਾਲ ਮੇਰਾ ਪ੍ਰਭਾਵ ਅਗਲੇ ਬੰਦੇ ਤੇ ਕੀ ਪਏਗਾ। ਕਈ ਲੋਕ ਇਹ ਚੀਜ਼ਾਂ ਸੋਚਦੇ ਨਹੀਂ ਔਰ ਕਿਸੇ ਦੇ ਚੁੱਕੇ ਚੁਕਾਏ ਅੱਗੇ ਪ੍ਰਚਾਰ ਔਰ ਪ੍ਰਸਾਰ ਕਰੀ ਜਾਂਦੇ। ਗੁਰੂ ਸਾਹਿਬ ਜੀ ਉਸ ਗੱਲ ਤੋਂ ਰੋਕ ਰਹੇ ਨੇ ਸ਼ੇਖ ਨੂੰ।
ਇੱਥੇ ਵੀ ਜਿਹੜੇ ਸ਼ੇਖ ਨੇ ਉਹ ਗੁਰੂ ਸਾਹਿਬ ਜੀ ਦੇ ਵਿਰੋਧ ਵਿੱਚ ਵੇਖੇ ਜਾ ਸਕਦੇ ਸਨ, ਕਿਉਂਕਿ ਲੋਕ ਝੁਕਦੇ ਚੁਕਾਉਂਦੇ ਸਨ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਹੇ ਚੁੱਕੇ ਚੁਕਾਏ ਸ਼ੇਖ, ਇਸ ਮਨ ਨੂੰ ਟਿਕਾਣੇ ਰੱਖ, ਇਹ ਮਨ ਇਕੱਤ ਕਰ ਆਣ, ਇਸ ਮਨ ਨੂੰ ਟਿਕਾਣੇ ਰੱਖ। ਤੇ ਨਾਲ ਕਹਿੰਦੇ ਨੇ ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਇਹੜ ਤੇਹੜ ਦਾ ਮਤਲਬ ਇਧਰ ਉਧਰ ਦੀਆਂ ਗੱਲਾਂ, ਇਧਰ ਉਧਰ ਦੀਆਂ ਗੱਲਾਂ ਜਿਨ੍ਹਾਂ ਦਾ ਕੋਈ ਲਾਭ ਨਹੀਂ, ਜਿਨ੍ਹਾਂ ਦਾ ਕੋਈ ਥੋੜ ਟਿਕਾਣਾ ਨਹੀਂ, ਜਿਨ੍ਹਾਂ ਦਾ ਸਮਾਜ ਨੂੰ ਕੋਈ ਫਾਇਦਾ ਹੀ ਨਹੀਂ, ਜਿਹੜੀਆਂ ਕਨਫਰਮ ਹੀ ਨਹੀਂ ਕਿ ਸੱਚ ਨੇ ਕਿ ਝੂਠ ਨੇ, ਇਧਰ ਉਧਰ ਦੀਆਂ ਸਾਰੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ, ਗੁਰੂ ਸ਼ਬਦ ਦੀ ਪਛਾਣ ਕਰ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਜੋ ਯੂਨੀਵਰਸਲ ਟਰੁੱਥ ਹੈ, ਗੁਰੂ ਦਾ ਗਿਆਨ, ਉਹਨੂੰ ਪਛਾਣਨ ਦਾ ਯਤਨ ਕਰ। ਇਧਰ ਉਧਰ ਦੀਆਂ ਗੱਲਾਂ ਛੱਡ। ਹੁਣ ਇਹ ਚੀਜ਼ ਨੂੰ ਆਪਾਂ ਵੀ ਸਮਝਣ ਦਾ ਯਤਨ ਕਰਨਾ ਹੈ। ਮੰਨ ਲਓ ਕਿ ਮੈਨੂੰ ਤੁਹਾਡੇ ਖਿਲਾਫ ਕੋਈ ਬੰਦਾ ਕਹਿੰਦਾ ਹੈ ਕਿ ਉਹ ਮਨੁੱਖ ਠੀਕ ਨਹੀਂ ਹਨ, ਉਹ ਬੰਦਾ ਠੀਕ ਨਹੀਂ, ਜਾਂ ਕੁਛ ਵੀ ਕਹਿੰਦਾ, ਤਾਂ ਮੈਨੂੰ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਤੁਹਾਡੀ ਮੈਂਟੈਲਿਟੀ ਬਾਰੇ ਸੋਚਣਾ ਚਾਹੀਦਾ ਵੀ ਤੁਹਾਡੀ ਮੈਂਟੈਲਿਟੀ ਕੈਸੀ ਹੈ, ਤੁਹਾਡਾ ਬਿਹੇਵੀਅਰ ਕੈਸਾ ਹੈ। ਕਿਸੇ ਦੀ ਗੱਲ ਤੇ ਮੈਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਔਰ ਬਿਨਾਂ ਪਰਖਣ ਤੋਂ, ਬਿਨਾਂ ਜਾਂਚਣ ਤੋਂ, ਬਿਨਾਂ ਸੱਚ ਨੂੰ ਸਮਝਣ ਤੋਂ ਇਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਪ੍ਰਸਾਰਨਾ ਚਾਹੀਦਾ। ਸਗੋਂ ਸਾਨੂੰ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਗੁਰੂ ਸ਼ਬਦ ਦੀ ਪਛਾਣ ਕਰਨੀ ਚਾਹੀਦੀ ਹੈ ਕਿ ਗੁਰੂ ਜੀ ਸਾਨੂੰ ਕੀ ਕਹਿੰਦੇ ਨੇ। ਗੁਰੂ ਗਿਆਨ ਦੇ ਨਾਲ ਜੁੜਨਾ ਚਾਹੀਦਾ ਹੈ। ਸਤਿਗੁਰ ਅੱਗੇ ਟਹਿ ਪਉ, ਸਭ ਕੁਛ ਜਾਣੈ ਜਾਣ। ਜਾਣ ਦਾ ਮਤਲਬ ਸਮਝਦਾ ਹੈ, ਸਿਆਣਾ ਹੈ। ਟਹਿ ਪਉ ਦਾ ਮਤਲਬ ਡਿੱਗ ਪਉ, ਯਾਨੀ ਸ਼ਰਨ ਲਓ। ਇਹ ਸ਼ੇਖ ਜੋ ਸਭ ਦਾ ਜਾਣੂ ਸਤਿਗੁਰੂ ਹੈ, ਜੋ ਸਭ ਕੁਛ ਜਾਣਦਾ ਹੈ, ਉਹਦੇ ਚਰਨੀ ਲੱਗ, ਉਹਦੇ ਦੱਸੇ ਰਾਹ ਤੇ ਚੱਲ। ਜੋ ਗੁਰੂ ਸਿਆਣਾ ਹੈ, ਗੁਰੂ ਜਾਣੀ ਜਾਣ ਹੈ, ਗੁਰੂ ਯੂਨੀਵਰਸਲ ਟਰੁੱਥ ਨੂੰ ਸਮਝਣ ਵਾਲਾ ਹੈ, ਗੁਰੂ ਗਿਆਨ ਦਾ ਮੁਜੱਸਮਾ ਹੈ, ਉਸ ਗਿਆਨ ਦੇ ਗੁਰੂ ਮੁਜੱਸਮੇ ਦੇ ਚਰਨੀ ਲੱਗ, ਉਸ ਰਾਹ ਤੇ ਚੱਲ। ਇਧਰ ਉਧਰ ਦੀਆਂ ਗੱਲਾਂ ਨੂੰ ਛੱਡ। ਉਹ ਜੋ ਇਧਰ ਉਧਰ ਦੀਆਂ ਗੱਲਾਂ ਭਟਕਾਉਣ ਵਾਲੀਆਂ ਨੇ, ਉਹਨਾਂ ਨਾਲ ਤੇਰੇ ਜੀਵਨ ਵਿੱਚ ਕੋਈ ਲਾਭ ਨਹੀਂ ਹੋਏਗਾ। ਉਹਨਾਂ ਗੱਲਾਂ ਦੇ ਨਾਲ ਸੰਸਾਰ ਵਿੱਚ ਵੀ ਕੁਛ ਲਾਭ ਨਹੀਂ ਹੋਏਗਾ। ਕੇਵਲ ਵਾਦ ਵਿਵਾਦ ਵਧਣਗੇ, ਸਮਾਜ ਵਿੱਚ ਮਨੁੱਖਾਂ ਦੀਆਂ ਦੂਰੀਆਂ ਵਧਣਗੀਆਂ, ਨੈਗੇਟਿਵਿਟੀ ਪੈਦਾ ਹੋਏਗੀ। ਇਸ ਲਈ ਗੁਰੂ ਦੇ ਸ਼ਬਦ ਨੂੰ ਪਛਾਣ, ਗੁਰੂ ਦੇ ਗਿਆਨ ਨੂੰ ਸਮਝ, ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਆਸਾ ਮਨਸਾ ਦਾ ਮਤਲਬ ਉਮੀਦਾਂ ਔਰ ਖਾਹਿਸ਼ਾਂ। ਆਸਾ ਮਨਸਾ ਦਾ ਮਤਲਬ ਜੋ ਮਨ ਦੇ ਫੁਰਨੇ ਨੇ। ਆਸ਼ਾ ਦਾ ਮਤਲਬ ਜੋ ਤ੍ਰਿਸ਼ਨਾ ਆਦਿਕ ਨੇ, ਜੋ ਤੇਰੇ ਮਨ ਦੇ ਅੰਦਰ ਫੁਰਨੇ ਨੇ ਇਧਰ ਉਧਰ ਦੇ ਵਿਕਾਰਾਂ ਪਾਪਾਂ ਵਾਲੇ, ਔਰ ਜੋ ਆਸਾ ਤ੍ਰਿਸ਼ਨਾ ਹੈ, ਉਹਨਾਂ ਨੂੰ ਸਾੜ ਦੇ, ਉਹਨਾਂ ਨੂੰ ਖਤਮ ਕਰ ਦੇ। ਕਿਉਂਕਿ ਜ਼ਿੰਦਗੀ ਦੇ ਅੰਦਰ ਜੇ ਮਾੜੇ ਫੁਰਨੇ ਮਨ ਵਿੱਚ ਫੁਰ ਰਹੇ ਨੇ, ਤਾਂ ਉਹ ਮਾੜੇ ਫੁਰਨੇ ਸਾਡੇ ਅੰਦਰ ਸੰਸਕਾਰ ਮਾੜੇ ਪੈਦਾ ਕਰਨਗੇ। ਮਾੜੇ ਫੁਰਨੇ ਸਾਡੇ ਸੁਭਾਅ ਨੂੰ ਮਾੜਾ ਬਣਾ ਦੇਣਗੇ। ਮਾੜਾ ਬਣਿਆ ਹੋਇਆ ਸੁਭਾਅ ਸਾਡੇ ਜੀਵਨ ਨੂੰ, ਸਾਡੀ ਸੋਚ ਨੂੰ ਮਾੜਾ ਬਣਾ ਦੇਗਾ, ਤੇ ਉਹਦਾ ਰਿਜ਼ਲਟ ਵੀ ਮਾੜਾ ਹੀ ਨਿਕਲੇਗਾ। ਤੇ ਜੇ ਅਸੀਂ ਇਹਨਾਂ ਮਾੜੇ ਫੁਰਨਿਆਂ ਨੂੰ, ਨੈਗੇਟਿਵ ਫੁਰਨਿਆਂ ਨੂੰ ਅੰਦਰ ਹੀ ਖਤਮ ਕਰ ਦਈਏ, ਔਰ ਸਾਡੇ ਮਨ ਦੇ ਅੰਦਰ ਫੁਰਨੇ ਪੋਜ਼ਿਟਿਵ ਆਉਣ, ਸਕਾਰਾਤਮਕ ਆਉਣ, ਗੁਣਾਂ ਵਾਲੇ ਆਉਣ, ਸਾਡੇ ਅੰਦਰ ਗੁਣਾਂ ਵਾਲੇ ਸੰਸਕਾਰ ਪੈਦਾ ਹੋਣਗੇ, ਗੁਣਾਂ ਵਾਲਾ ਸੁਭਾਅ ਬਣੇਗਾ, ਗੁਣਾਂ ਵਾਲੀ ਸੋਚ ਬਣੇਗੀ, ਗੁਣਾਂ ਵਾਲਾ ਬਿਹੇਵੀਅਰ ਬਣੇਗਾ, ਉਹਦਾ ਰਿਜ਼ਲਟ ਵੀ ਚੰਗਾ ਨਿਕਲੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਆਸਾਂ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਮਹਿਮਾਨ ਸਮਝ, ਹੋਏ ਰਹੋ ਮਹਿਮਾਨ। ਸੰਸਾਰ ਦੇ ਅੰਦਰ ਜਿਵੇਂ ਮਹਿਮਾਨ ਸਮਝ ਆਪਣੇ ਆਪ ਨੂੰ ਕਿ ਮੈਂ ਇੱਕ ਮਹਿਮਾਨ ਹਾਂ, ਮੈਂ ਇੱਕ ਪ੍ਰਾਹੁਣਾ ਹਾਂ। ਦੇਖੋ, ਮਹਿਮਾਨ ਸਮਝਣ ਦੇ ਵਿੱਚ ਇੱਕ ਬਹੁਤ ਵੱਡੀ ਸਿਆਣਪ ਹੈ, ਕਿਉਂਕਿ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਸਮਝ ਸਕਦੇ ਹਾਂ। ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ, ਕੋਈ ਸਾਡੇ ਘਰ ਮਹਿਮਾਨ ਬਣ ਕੇ ਆਉਂਦਾ ਹੈ, ਅਸੀਂ ਮਹਿਮਾਨ ਨਿਵਾਜੀ ਵਿੱਚ ਵਿਸ਼ਵਾਸ ਰੱਖਦੇ ਹਾਂ, ਔਰ ਇਸ ਚੀਜ਼ ਰਾਹੀਂ ਅਸੀਂ ਆਪਣੇ ਜੀਵਨ ਨੂੰ ਚੰਗਾ ਸਮਝ ਸਕਦੇ ਹਾਂ। ਪਹਿਲਾਂ ਸਮਿਆਂ ਵਿੱਚ ਹੁੰਦਾ ਸੀ ਨਾ, ਕੋਈ ਵਾਢੀ ਕਰਨੀ ਹੁੰਦੀ ਸੀ, ਜਾਂ ਖੇਤਾਂ ਨੂੰ ਪਾਣੀ ਲਾਣਾ ਹੁੰਦਾ ਸੀ, ਜਾਂ ਕੋਈ ਹੋਰ ਕੰਮ ਹੁੰਦਾ ਸੀ, ਤਾਂ ਆਪਣੇ ਕਿਸੇ ਰਿਸ਼ਤੇਦਾਰ, ਚਾਚੇ ਤਾਏ,
ਨਾਨਕਿਆਂ ਦਾਦਕਿਆਂ ਵਿੱਚੋਂ ਕਿਸੇ ਨਾ ਕਿਸੇ ਨੂੰ ਬੁਲਾ ਲਈਦਾ ਸੀ ਕੰਮ ਕਰਨ ਵਾਸਤੇ, ਵੀ ਆਪਣੇ ਮੁੰਡੇ ਨੂੰ ਕੋਈ 4 ਦਿਨ ਘੱਲਿਆ ਜੇ ਵਾਢੀ ਦੇ ਟਾਈਮ ਵਿੱਚ, ਜਾਂ ਕਿਤੇ ਪੈਲੀ ਵਾਹਣੀ ਹੈ ਜਾਂ ਹੋਰ ਕੰਮ ਹੈ। ਤਾਂ ਉਹ ਮਹਿਮਾਨ ਆਣ ਕੇ ਉਸ ਘਰ ਦੇ ਵਿੱਚ ਕੰਮ ਕਰਦਾ ਸੀ ਔਰ ਘਰਦਿਆਂ ਨੂੰ ਉਦਮ ਦਿੰਦਾ ਸੀ, ਸਗੋਂ ਵੀ ਸਵੇਰੇ ਟਾਈਮ ਨਾਲ ਉੱਠ ਕੇ ਅਸੀਂ ਵਾਢੀ ਕਰਨ ਜਾਣਾ ਹੈ, ਸਵੇਰੇ ਟਾਈਮ ਨਾਲ ਪਾਣੀ ਲਾਣਾ ਹੈ, ਟਾਈਮ ਦੇ ਨਾਲ ਹਲ ਜੋੜਨਾ ਹੈ। ਉਹ ਘਰਦਿਆਂ ਦੇ ਨਾਲੋਂ ਵੀ ਜ਼ਿਆਦਾ ਉਦਮ ਕਰਦਾ ਹੈ, ਲੇਕਿਨ ਉਹਦੀ ਪਕੜ ਨਹੀਂ ਸੀ ਹੁੰਦੀ। ਉਹਨੂੰ ਇਹ ਪਤਾ ਹੁੰਦਾ ਸੀ ਵੀ ਘਰ ਮੇਰਾ ਨਹੀਂ, ਘਰ ਕਿਸੇ ਹੋਰ ਦਾ ਹੈ। ਬੜੀ ਖੁਸ਼ੀ ਦੇ ਨਾਲ ਕੰਮ ਕਰਦਾ ਸੀ, ਉਹਦਾ ਕੋਈ ਲਗਾਵ ਨਹੀਂ ਹੈ। ਉਹਨੂੰ ਪਤਾ ਹੈ ਕਿ ਇਹ ਮੇਰਾ ਘਰ ਨਹੀਂ, ਇਹ ਕੰਮ ਇਹਨਾਂ ਦਾ ਹੈ, ਮੈਂ ਤਾਂ ਸਿਰਫ ਕੰਮ ਕਰ ਰਿਹਾ। ਉਹ ਇੰਜੋਏ ਕਰਦਾ ਸੀ ਖੁਸ਼ੀ ਦੇ ਨਾਲ। ਇਸੇ ਤਰ੍ਹਾਂ ਪਰ ਜੇਕਰ ਕੋਈ ਮਹਿਮਾਨ ਆਏ ਤੇ ਮਹਿਮਾਨ ਉਸ ਘਰ ਦੇ ਅੰਦਰ ਕਬਜ਼ਾ ਕਰਨਾ ਚਾਹੇ ਕਿ ਹੁਣ ਇਹ ਘਰ ਹੀ ਮੇਰਾ ਹੈ, ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਜਦੋਂ ਪਕੜ ਬਣਾ ਲੈਂਦਾ ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਜੇ ਬੰਦਾ ਮਹਿਮਾਨ ਦੀ ਤਰ੍ਹਾਂ ਰਹੇ, ਬੰਦੇ ਨੂੰ ਪਤਾ ਹੋਏ ਕਿ ਮੇਰਾ ਇੱਥੇ ਪੱਕਾ ਟਿਕਾਣਾ ਨਹੀਂ, ਸਰੀਰਕ ਤੌਰ ਤੇ ਮੇਰੀ ਇੱਕ ਦਿਨ ਮੌਤ ਹੋ ਜਾਣੀ ਹੈ, ਮੇਰੇ ਨਾਲ ਨਾ ਕੁਛ ਮੈਂ ਲੈ ਕੇ ਆਇਆ, ਨਾ ਨਾਲ ਕੁਛ ਲੈ ਕੇ ਜਾਣਾ ਹੈ, ਤਾਂ ਫਿਰ ਇਸ ਦੁਨੀਆ ਦੇ ਅੰਦਰ ਪਾਪ ਵਿਕਾਰ ਨਹੀਂ ਕਰੇਗਾ, ਇੱਥੇ ਦੂਜਿਆਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਨਹੀਂ ਜਮਾਏਗਾ, ਇੱਥੇ ਉਹਦੀ ਪਕੜ ਨਹੀਂ ਬਣੇਗੀ, ਕੰਮ ਵੀ ਕਰੇਗਾ ਬੜੀ ਖੁਸ਼ੀ ਦੇ ਨਾਲ ਔਰ ਜ਼ਿੰਦਗੀ ਨੂੰ ਇੰਜੋਏ ਵੀ ਕਰੇਗਾ, ਹੀਰਾ ਫੇਰੀਆਂ ਵੀ ਨਹੀਂ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਮਹਿਮਾਨ ਦੀ ਤਰ੍ਹਾਂ ਰਹੋ, ਕਿਉਂਕਿ ਮਹਿਮਾਨ ਆਉਂਦਾ ਹੈ, ਕਿਸੇ ਦੇ ਘਰ ਟਿਕਦਾ ਹੈ, 2-4 ਦਿਨ ਬਾਅਦ ਉਹ ਆਪਣੇ ਘਰ ਵਾਪਸ ਚਲਾ ਜਾਂਦਾ ਹੈ। ਇਸੇ ਤਰ੍ਹਾਂ ਤੂੰ ਵੀ ਸੰਸਾਰ ਦੇ ਅੰਦਰ ਮਹਿਮਾਨ ਦੀ ਤਰ੍ਹਾਂ ਹੈ, ਇੱਥੇ ਸਦਾ ਨਹੀਂ ਹੈ। ਜਦੋਂ ਸਦਾ ਨਹੀਂ ਹੈ ਤਾਂ ਫਿਰ ਆ ਵੈਰ ਵਿਰੋਧ ਔਰ ਆਸਾ ਤ੍ਰਿਸ਼ਨਾ ਦੇ ਅੰਦਰ ਕਿਉਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਸਤਿਗੁਰ ਕੈ ਭਾਣੇ ਭੀ ਚੱਲੈ, ਤਾਂ ਦਰਗਾਹ ਪਾਵੇਂ ਮਾਣ। ਜੇ ਸਤਿਗੁਰ ਦੇ ਭਾਣੇ ਦੇ ਅੰਦਰ ਤੂੰ ਤੁਰੇ, ਜ਼ਿੰਦਗੀ ਜੀਵੇਂ, ਤਾਂ ਦਰਗਾਹ ਦੇ ਅੰਦਰ ਤੈਨੂੰ ਮਾਣ ਵੀ ਮਿਲੇਗਾ। ਜੇ ਤੂੰ ਸਤਿਗੁਰ ਦੇ ਭਾਣੇ ਵਿੱਚ ਚੱਲੇਗਾ, ਹੇ ਸ਼ੇਖ, ਇਧਰ ਉਧਰ ਦੀਆਂ ਗੱਲਾਂ ਇਹੜ ਤਿਹੜ ਛੱਡ ਕੇ, ਆਸਾ ਮਨਸਾ ਨੂੰ ਜਲਾ ਕੇ, ਵਿਕਾਰਾਂ ਨੂੰ ਸਾੜ ਕੇ ਮਹਿਮਾਨ ਦੀ ਤਰ੍ਹਾਂ ਰਹਿੰਦਾ, ਗੁਰੂ ਦੀ ਆਗਿਆ ਮੁਤਾਬਕ, ਗੁਰੂ ਦੇ ਗਿਆਨ ਮੁਤਾਬਕ ਜੇ ਜ਼ਿੰਦਗੀ ਜੀਵੇਂਗਾ ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਦਰਗਾਹ ਪਾਵੇਂ ਮਾਣ, ਤਾਂ ਤੂੰ ਦਰਗਾਹ ਦੇ ਅੰਦਰ ਮਾਣ ਪਾਏਗਾ, ਰੱਬੀ ਦਰ ਤੇ ਤੂੰ ਪ੍ਰਵਾਨ ਹੋਏਗਾ, ਤੈਨੂੰ ਸੰਸਾਰ ਦੇ ਅੰਦਰ ਮਾਣ ਮਿਲੇਗਾ, ਸਤਿਕਾਰ ਮਿਲੇਗਾ, ਜੇ ਤੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ। ਤਾਂ ਦੇਖੋ ਕਿੰਨਾ ਸੋਹਣਾ ਉਪਦੇਸ਼ ਗੁਰਦੇਵ ਪਾਤਸ਼ਾਹ ਜੀ ਦਾ ਮਨੁੱਖ ਮਾਤਰ ਵਾਸਤੇ, ਕਿ 4 ਦਿਨ ਦੀ ਜ਼ਿੰਦਗੀ ਹੈ, ਤਾਂ ਈਰਖਾ, ਦਵੇਸ਼, ਵੈਰ ਵਿਰੋਧ ਦੇ ਅੰਦਰ ਇਸ ਜੀਵਨ ਨੂੰ ਕਿਉਂ ਗੁਜ਼ਾਰਨਾ? ਗੁਰਬਾਣੀ ਦਾ ਆਸਰਾ ਲੈ ਕੇ ਪਿਆਰ, ਮੁਹੱਬਤ ਔਰ ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ, ਇੱਕ ਦੂਜੇ ਦਾ ਮਾਣ, ਆਦਰ ਔਰ ਸਤਿਕਾਰ ਕਰਨਾ ਕਿੰਨਾ ਸੌਖਾ ਕੰਮ ਹੈ, ਕਿੰਨਾ ਸੋਹਣਾ ਜੀਵਨ ਹੈ। ਜੇ ਬੰਦਾ ਗੁਰਬਾਣੀ ਨੂੰ ਪੜ੍ਹ ਕੇ, ਇਸ ਬਾਣੀ ਦੇ ਉੱਤੇ ਅਮਲ ਕਰਕੇ ਆਪਣੀ ਜ਼ਿੰਦਗੀ ਐਸੀ ਬਣਾਏ, ਤਾਂ ਤੂੰ ਰੱਬੀ ਦਰਗਾਹ ਦੇ ਅੰਦਰ ਮਾਣ ਪਾ ਸਕੇਗਾ। ਅਗਲਾ ਬਚਨ ਗੁਰਦੇਵ ਜੀ ਕਰਦੇ ਨੇ, ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਧਿਗ ਪਹਿਨਣ ਧਿਗ ਖਾਣ। ਧਿਗ ਦਾ ਮਤਲਬ ਧ੍ਰਿਗ, ਫਿਟਕਾਰ। ਨਾਮ ਨਾ ਚੇਤਨੀ ਦਾ ਮਤਲਬ ਜੋ ਰੱਬੀ ਹੁਕਮ ਨੂੰ ਯਾਦ ਨਹੀਂ ਰੱਖਦੇ, ਜੋ ਰੱਬੀ ਗੁਣਾਂ ਨੂੰ ਚੇਤੇ ਵਿੱਚ ਨਹੀਂ ਵਸਾਉਂਦੇ, ਉਹਨਾਂ ਦਾ ਜੀਣਾ, ਉਹਨਾਂ ਦਾ ਖਾਣਾ ਔਰ ਪਹਿਨਣਾ ਫਿਟਕਾਰਯੋਗ ਹੈ। ਜੋ ਮਨੁੱਖ ਰੱਬੀ ਹੁਕਮ ਨੂੰ ਚੇਤੇ ਨਹੀਂ ਰੱਖਦੇ, ਭਾਵ ਜੋ ਰੱਬੀ ਹੁਕਮ ਵਿੱਚ ਨਹੀਂ ਤੁਰਦੇ, ਜੋ ਰੱਬ ਦੀ ਸਿਫਤ ਸਲਾਹ ਨਹੀਂ ਕਰਦੇ, ਜੋ ਗੁਣਾਂ ਦੇ ਧਾਰਨੀ ਨਹੀਂ ਹਨ, ਪਰ ਆਸਾਵਾਂ ਮਨਸ਼ਾਵਾਂ ਦੇ ਅੰਦਰ ਫਸੇ ਨੇ, ਇਹੜ ਤੇਹੜ ਦੇ ਵਿੱਚ ਲੱਗੇ ਹੋਏ ਨੇ, ਔਰ ਜੋ ਚੁੱਕੇ ਚੁਕਾਏ ਇਸ ਦੁਨੀਆ ਦੇ ਅੰਦਰ ਲੋਕਾਂ ਦੀ ਚੁਗਲੀ, ਨਿੰਦਾ, ਝੂਠ, ਫਰੇਬ ਫੈਲਾਉਂਦੇ ਫਿਰਦੇ ਨੇ। ਤਿੰਨ ਧਿਗ ਪਹਿਨਣ ਧਿਗ ਖਾਣ, ਲਾਨਤ ਹੈ ਉਹਨਾਂ ਦੇ ਪਹਿਨਣ ਨੂੰ ਔਰ ਲਾਨਤ ਹੈ ਉਹਨਾਂ ਦੇ ਖਾਣ ਨੂੰ। ਭਾਵ ਕਿ ਉਹਨਾਂ ਦਾ ਜੀਵਨ ਲਾਨਤ ਯੋਗ ਹੈ, ਫਿਟਕਾਰ ਯੋਗ ਹੈ, ਬੇਕਾਰ ਹੈ ਉਹ ਜੀਵਨ। ਔਰ ਹਕੀਕਤ ਹੈ ਕਿ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਹੈ, ਉਹ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਵੇ, ਇਹ ਉਹਦਾ ਹੱਕ ਹੈ, ਇਹ ਉਹਦਾ ਫਰਜ਼ ਹੈ। ਪਰ ਅਸੀਂ ਕਿਸੇ ਦੇ ਔਗਣਾਂ ਨੂੰ ਅੱਗੇ ਪ੍ਰਚਾਰਨ ਔਰ ਪ੍ਰਸਾਰਨ ਦਾ ਕੰਮ ਕਰ ਰਹੇ ਹਾਂ, ਉਹਦਾ ਸਾਨੂੰ ਕੀ ਲਾਭ ਹੈ? ਮੈਨੂੰ ਉਹਦਾ ਕੀ ਲਾਭ ਹੋ ਸਕਦਾ ਹੈ? ਕੋਈ ਵੀ ਨਾ। ਮੇਰਾ ਆਤਮਿਕ ਨੁਕਸਾਨ ਹੈ, ਮੈਂ ਮਾਨਸਿਕ ਪਰੇਸ਼ਾਨੀਆਂ ਸਹਿੜਾਂਗਾ ਇਸ ਤਰ੍ਹਾਂ।
ਤਾਂ ਗੁਰੂ ਜੀ ਕਹਿੰਦੇ ਨੇ ਲਾਨਤ ਹੈ ਉਹਨਾਂ ਦੀ ਜ਼ਿੰਦਗੀ ਨੂੰ ਜੋ ਹੁਕਮ ਰਜ਼ਾ ਦੇ ਅੰਦਰ ਨਹੀਂ ਚੱਲਦੇ ਔਰ ਜੋ ਗੁਣਾਂ ਦੇ ਧਾਰਨੀ ਨਹੀਂ ਹੁੰਦੇ। ਮਹਿਲਾ ਤੀਜਾ, ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ। ਗੁਰੂ ਜੀ ਕਹਿੰਦੇ ਹਨ ਕਿ ਹਰ ਇੱਕ ਦੇ ਅੰਦਰ ਹਰੀ ਦੇ ਗੁਣ ਮੌਜੂਦ ਨੇ, ਇਸ ਦੁਨੀਆ ਵਿੱਚ ਹਰੀ ਦੇ ਗੁਣ ਮੌਜੂਦ ਨੇ, ਔਰ ਰੱਬੀ ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਕਦੇ ਵੀ ਤੋਟ ਨਹੀਂ ਆਉਂਦੀ, ਭਾਵ ਕਿ ਰੱਬੀ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ। ਕੀਮਤ ਕਹਿਣ ਨਾ ਜਾਏ, ਔਰ ਰੱਬੀ ਗੁਣਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ। ਇਹ ਨਹੀਂ ਦੱਸਿਆ ਜਾ ਸਕਦਾ ਕਿ ਇਸ ਕੀਮਤ ਨਾਲ ਰੱਬੀ ਗੁਣ ਅਸੀਂ ਪਾ ਸਕਦੇ ਹਾਂ, ਕਿ ਸੱਚਾਈ, ਦਇਆ, ਧਰਮ ਆਦਿਕ ਜੋ ਗੁਣ ਨੇ ਉਹਨਾਂ ਨੂੰ ਅਸੀਂ ਕਿੰਨੇ ਪੈਸੇ ਨਾਲ ਖਰੀਦ ਸਕਦੇ ਹਾਂ? ਕੋਈ ਖਰੀਦਿਆ ਜਾ ਸਕਦਾ ਹੈ? ਜਾਂ ਸੱਚ ਦੀ ਕੋਈ ਕੀਮਤ ਹੈ? ਬਿਲਕੁਲ ਵੀ ਨਹੀਂ ਹੈ। ਪ੍ਰੇਮ ਨੂੰ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ? ਬਿਲਕੁਲ ਵੀ ਨਹੀਂ। ਜੇ ਪ੍ਰੇਮ ਪੈਸੇ ਦੇ ਨਾਲ ਖਰੀਦਿਆ ਜਾ ਸਕਦਾ ਹੁੰਦਾ ਨਾ, ਤਾਂ ਜਿਹੜੇ ਮੇਰੇ ਵਰਗੇ ਗਰੀਬ ਬੰਦੇ ਨੇ ਉਹਨਾਂ ਦੀ ਤਾਂ ਗੱਲ ਛੱਡ ਦੋ, ਜਿਨ੍ਹਾਂ ਦੇ ਕੋਲ ਪੈਸਾ ਹੈ, ਜਿਹੜੇ ਅਮੀਰ ਲੋਕ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਤਾਂ ਪ੍ਰੇਮ ਹੋਣਾ ਚਾਹੀਦਾ ਸੀ ਨਾ, ਪਰਸਪਰ ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ, ਦੇਸ਼ ਨਾਲ, ਆਮ ਜਨਤਾ ਦੇ ਨਾਲ, ਆਪਣੇ ਬੱਚਿਆਂ ਨਾਲ, ਪਤੀ ਪਤਨੀ ਨਾਲ, ਉਹਨਾਂ ਦਾ ਤਾਂ ਪ੍ਰੇਮ ਹੋਣਾ ਚਾਹੀਦਾ ਸੀ ਨਾ, ਕਿਉਂਕਿ ਉਹ ਪ੍ਰੇਮ ਖਰੀਦ ਸਕਦੇ ਸੀ। ਪਰ ਐਸਾ ਹੈ ਨਹੀਂ। ਰੱਬੀ ਗੁਣ ਜਿਹੜੇ ਨੇ ਉਹ ਸਾਰੇ ਫ੍ਰੀ ਨੇ, ਕਿਸੇ ਕੀਮਤ ਨਾਲ ਨਹੀਂ ਖਰੀਦੇ ਜਾ ਸਕਦੇ। ਤੇ ਦੂਜੀ ਗੱਲ ਇਹ ਹੈ ਕਿ ਹਰ ਇੱਕ ਦੇ ਅੰਦਰ ਨੇ, ਕਿਤੋਂ ਬਾਹਰੋਂ ਲਿਆਉਣ ਦੀ ਲੋੜ ਨਹੀਂ, ਅੰਦਰ ਨੇ, ਉਹਨਾਂ ਨੂੰ ਅੰਦਰੋਂ ਪ੍ਰਗਟ ਕਰਨਾ ਹੈ। ਤੇ ਤੀਜੀ ਗੱਲ ਹੈ ਕਿ ਗੁਣਾਂ ਦਾ ਅੰਤ ਨਹੀਂ ਹੈ, ਅਨੰਤ ਗੁਣ ਹਰ ਇਨਸਾਨ ਦੇ ਅੰਦਰ ਭਰੇ ਪਏ ਨੇ, ਸਿਰਫ ਯੂਜ਼ ਕਰਨ ਦੀ ਲੋੜ ਹੈ ਬਿਨਾਂ ਕੀਮਤ ਤੋਂ। ਅਨੰਤ ਗੁਣਾਂ ਦਾ ਖਜ਼ਾਨਾ ਹਰ ਇਨਸਾਨ ਦੇ ਅੰਦਰ ਭਰਿਆ ਪਿਆ ਹੈ, ਤੇ ਅਨੰਤ ਜਿੱਥੇ ਗੁਣ ਨੇ, ਗੁਣਾਂ ਨੂੰ ਯੂਜ਼ ਕਰੋਗੇ ਉੱਥੇ ਅਨੰਤ ਖੁਸ਼ੀਆਂ ਵੀ ਪੈਦਾ ਹੋਣਗੀਆਂ, ਅਨੰਤ ਸੁੱਖ ਵੀ ਪੈਦਾ ਹੋਣਗੇ। ਤੇ ਸਿਰਫ ਉਹਨਾਂ ਨੂੰ ਮਾਨਣਾ ਹੈ, ਪਰ ਬੰਦਾ ਕਿੰਨਾ ਬੇਸਮਝੇ ਮਾਨ ਨਹੀਂ ਪਾ ਰਿਹਾ। ਖੁਸ਼ੀਆਂ ਮਾਨਣ ਵਾਸਤੇ ਕੋਈ ਕੀਮਤ ਨਹੀਂ ਦੇਣੀ ਪੈਣੀ, ਅੰਦਰ ਖੁਸ਼ੀਆਂ ਭਰੀਆਂ ਪਈਆਂ ਨੇ, ਗੁਣ ਭਰੇ ਪਏ ਨੇ, ਸਿਰਫ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨਾ, ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਆ ਜਾਣੀਆਂ। ਪਰ ਕਿੰਨਾ ਬੰਦਾ ਅਣਜਾਣ, ਸਾਰਾ ਕੁਝ ਫ੍ਰੀ, ਅੰਦਰ ਖੁਸ਼ੀਆਂ, ਖੇੜਿਆਂ, ਇਨਸਾਨੀਅਤ ਦੇ ਖਜ਼ਾਨੇ, ਪਰ ਬੰਦਾ ਵਰਤ ਨਹੀਂ ਪਾ ਰਿਹਾ। ਤਾਂ ਹਰੀ ਦੇ ਗੁਣ ਬਿਆਨ ਕਰਦਿਆਂ ਮੁੱਕਦੇ ਨਹੀਂ, ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ, ਕਿ ਵਰਤ ਰੱਖਣੇ ਪੈਣਗੇ, ਸਰਾਧ ਕਰਨੇ ਪੈਣਗੇ, ਨਿਰਾਤੇ ਕਰਨੇ ਪੈਣਗੇ, ਸੰਸਾਰ ਛੱਡਣਾ ਪਵੇਗਾ, ਬਾਬਾ ਬਣਨਾ ਪਏਗਾ, ਗੁਫਾ 'ਚ ਵੜਨਾ ਪਏਗਾ, ਪਹਾੜਾਂ ਤੇ ਚੜ੍ਹਨਾ ਪਏਗਾ, ਮਾਲਾ ਫੇਰਨੀਆਂ ਪੈਣਗੀਆਂ, ਤਾਂ ਗੁਣ ਆਉਣਗੇ ਨਾ। ਗੁਣ ਤਾਂ ਡਾਇਰੈਕਟ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸਿੱਧੇ ਗੁਣਾਂ ਦੇ ਧਾਰਨ। ਨਾਨਕ ਗੁਰਮੁਖ ਹਰ ਗੁਣ ਰਵੇਂ, ਗੁਣ ਮੈਂ ਰਹਿ ਸਮਾਏ। ਰਵੇਂ ਦਾ ਮਤਲਬ ਰਮਦੇ ਨੇ, ਗਾਉਂਦੇ ਨੇ, ਮਾਣਦੇ ਨੇ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ। ਹੁਣ ਸਾਡੀ ਸੋਲੂਸ਼ਨ ਦੱਸ ਰਹੇ ਨੇ ਸਾਡੀ ਪ੍ਰੋਬਲਮ ਦਾ, ਕਿ ਗੁਣ ਅੰਦਰ ਹੈ ਨੇ ਪਰ ਬੰਦਾ ਮਾਣ ਕਿਉਂ ਨਹੀਂ ਪਾ ਰਿਹਾ। ਉਹਦੇ ਵਾਸਤੇ ਮੈਥਡ ਕੀ ਹੈ? ਉਹਦੇ ਵਾਸਤੇ ਮੈਥਡ ਇੱਕੋ ਹੀ ਹੈ, ਤਰੀਕਾ ਇੱਕੋ ਹੈ, ਗੁਰੂ ਦੀ ਸ਼ਰਨ ਵਿੱਚ ਆਉਣਾ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਤੋਂ ਸਮਝ ਸੂਝ ਪ੍ਰਾਪਤ ਕਰਨੀ, ਵਿਵੇਕ ਬੁੱਧ ਹਾਸਲ ਕਰਨੀ। ਗੁਰਮੁਖ ਹਰ ਗੁਣ ਰਵੇਂ, ਨਾਨਕ ਗੁਰਮੁਖ ਹਰ ਗੁਣ ਰਵੇਂ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨੇ, ਜਿਨ੍ਹਾਂ ਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੈ, ਉਹ ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਨੇ, ਉਹ ਗੁਣਾਂ ਦੇ ਧਾਰਨੀ ਹੁੰਦੇ ਨੇ। ਗੁਣ ਮਹਿ ਰਹਿ ਸਮਾਏ, ਔਰ ਉਹ ਗੁਣਾਂ ਦੇ ਅੰਦਰ ਹੀ ਲੀਨ ਹੋਏ ਰਹਿੰਦੇ ਨੇ, ਗੁਣਾਂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਰੱਬ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਰੱਬ ਵਰਗੇ ਹੀ ਬਣ ਜਾਂਦੇ ਨੇ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਕਹੇ ਗੁਣੀ ਸਮਾਵਣਿਆ। ਗੁਣ ਕਹੇ ਦਾ ਮਤਲਬ ਗੁਣਾਂ ਨੂੰ ਇੰਪਲੀਮੈਂਟ ਕਰਕੇ ਬੰਦਾ ਗੁਣੀ ਰੱਬ ਦੇ ਅੰਦਰ ਹੀ ਸਮਾ ਜਾਂਦਾ ਹੈ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਇਧਰ ਉਧਰ ਦੀਆਂ ਗੱਲਾਂ ਵਿੱਚ ਉਹ ਨਹੀਂ ਪੈਂਦੇ, ਉਹ ਚੁੱਕੇ ਚੁਕਾਏ ਕਿਸੇ ਦੀ ਬਦਨਾਮੀ ਨਹੀਂ ਕਰਦੇ, ਸਗੋਂ ਗੁਣਾਂ ਦੇ ਅੰਦਰ ਸਮਾਏ ਰਹਿੰਦੇ ਨੇ। ਪੌੜੀ, ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਚੋਲੀ ਦਾ ਮਤਲਬ ਹੈ ਸਰੀਰ, ਚੋਲਾ।
ਸਵਾਰੀ ਦਾ ਮਤਲਬ ਪ੍ਰਭੂ ਨੇ ਬਣਾਈ। ਕੱਢ ਦਾ ਮਤਲਬ ਹੁੰਦਾ ਹੈ ਕਢਾਈ ਕਰਨੀ। ਜਿਵੇਂ ਕਢਾਈ ਨਹੀਂ ਕਰੀਦੀ, ਕੱਪੜਾ ਲੈਂਦੇ ਨੇ ਬੀਬੀਆਂ ਭੈਣਾਂ ਖਾਸ ਕਰਕੇ, ਕੱਪੜਾ ਲਿਆ ਤੇ ਫਿਰ ਉਸ ਕੱਪੜੇ ਦੇ ਉੱਤੇ ਆਪਣੇ ਮਨ ਮਰਜ਼ੀ ਦਾ ਡਿਜ਼ਾਈਨ ਕਢਾਈ ਕਰ ਲਿਆ ਤੇ ਕਢਾਈ ਕਰਕੇ ਉਹ ਸੂਟ ਜਿਹੜਾ ਹੈ ਬੜਾ ਸੋਹਣਾ ਬਣ ਗਿਆ। ਬੰਦੇ ਵੀ ਲੈਂਦੇ ਨੇ ਕਮੀਜ਼ਾਂ ਆਦਿਕ, ਤੇ ਫਿਰ ਕਿਸੇ ਨੇ ਕਾਲਰਾਂ ਤੇ ਕਿਸੇ ਨੇ ਕਫਾਂ ਦੇ ਉੱਤੇ ਕਢਾਈ ਕਰਾਈ ਹੁੰਦੀ ਨਾ, ਕਿ ਥੋੜਾ ਉਹਦਾ ਡਿਜ਼ਾਈਨ ਹੋਰ ਚੰਗਾ ਬਣ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਨੇ ਬੜੀ ਸੁੰਦਰ ਚੋਲੀ ਬਣਾਈ ਹੈ, ਦੇਹੀ ਬਣਾਈ ਹੈ। ਇੱਕ ਤਾਂ ਪਹਿਲੋਂ ਹੀ ਇਹ ਬੜੀ ਕੀਮਤੀ ਹੈ, ਕੋਈ ਵੀ ਕੱਪੜਾ ਬੜਾ ਕੀਮਤੀ ਹੈ ਨਾ, ਤੇ ਉਹਨੂੰ ਹੋਰ ਸੁੰਦਰ ਬਣਾਉਣ ਵਾਸਤੇ ਉੱਤੇ ਕਢਾਈ ਕਰ ਦਿੱਤੀ ਜਾਂਦੀ ਹੈ। ਤੇ ਉਹ ਕਢਾਈ ਜਿਹੜੀ ਹੈ ਉਹਨੂੰ ਜਿੰਨੀ ਮਰਜ਼ੀ ਹੋਰ ਕੀਮਤੀ ਬਣਾ ਦੇਗੀ ਕੱਪੜੇ ਨੂੰ। ਜੇ ਸਿੰਪਲ ਧਾਗੇ ਦੀ ਕਢਾਈ ਹੈ ਤਾਂ ਉਹਦੀ ਕੀਮਤ ਥੋੜੀ ਵਧੇਗੀ, ਜੇ ਰੇਸ਼ਮੀ ਧਾਗੇ ਦੀ ਕਢਾਈ ਹੈ ਕੀਮਤ ਥੋੜੀ ਹੋਰ ਵੱਧ ਜਾਏਗੀ, ਜੇ ਚਾਂਦੀ ਨਾਲ ਕਢਾਈ ਕਰਾ ਦਿਓ ਕੀਮਤ ਹੋਰ ਵੱਧ ਜਾਏਗੀ, ਸੋਨੇ ਨਾਲ ਕਢਾਈ ਕਰ ਦੋ ਹੋਰ ਵੱਧ ਜਾਏਗੀ, ਜੇ ਵਿੱਚ ਹੀਰੇ ਆਦਿਕ ਜੜ ਦਿਓ ਕੀਮਤ ਹੋਰ ਵੱਧ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਹਰ ਚੋਲੀ ਦੇਹ ਸਵਾਰੀ, ਰੱਬ ਨੇ ਬੜੀ ਸੋਹਣੀ ਇਹ ਦੇਹੀ ਬਣਾਈ ਹੈ। ਤੇ ਇਹਦੇ ਤੇ ਕਢਾਈ ਕਾਹਦੀ ਕੀਤੀ ਹੈ? ਪੈਦੀ ਦਾ ਮਤਲਬ ਪਹਿਨੀ, ਕੱਢ ਪੈਦੀ ਭਗਤ ਕਰ। ਭਗਤ ਦਾ ਮਤਲਬ ਰੱਬੀ ਗੁਣ, ਰੱਬੀ ਗੁਣਾਂ ਦੀ ਇਹਦੇ ਤੇ ਕਢਾਈ ਕੀਤੀ ਹੋਈ ਹੈ। ਤੇ ਰੱਬੀ ਗੁਣਾਂ ਦੀ ਕਢਾਈ ਕਰਕੇ ਫਿਰ ਇਹ ਪੁਸ਼ਾਕ ਪਹਿਨੀ। ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ, ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਜਿਹੜੀ ਹੈ ਪਹਿਨਣ ਯੋਗ ਬਣਾ ਦਿੱਤੀ, ਇਹਨੂੰ ਹੋਰ ਕੀਮਤੀ ਬਣਾ ਦਿੱਤਾ ਹੈ। ਭਗਤੀ ਦੀ ਕਢਾਈ, ਭਗਤੀ ਦਾ ਮਤਲਬ ਮਾਲਾ ਫੇਰਨਾ ਨਹੀਂ, ਰੱਬੀ ਗੁਣਾਂ ਦੀ ਕਢਾਈ, ਉਹਦੇ ਨਾਲ ਇਹ ਹੋਰ ਕੀਮਤੀ ਹੋ। ਕੱਢ ਪੈਦੀ ਭਗਤ ਕਰ। ਹਰ ਪਾਠ ਲੱਗਾ ਅਧਿਕਾਈ, ਬਹੁ ਬਹੁ ਵਿਦ ਭਾਂਤ ਕਰ। ਇਹਨੂੰ ਭਾਤ ਨਹੀਂ ਪੜਨਾ, ਭਾਂਤ। ਭਾਂਤ ਦਾ ਮਤਲਬ ਭਾਂਤੀ ਤਰ੍ਹਾਂ, ਪਾਠ ਦਾ ਮਤਲਬ ਰੇਸ਼ਮ ਪੱਟ। ਹਰ ਪਾਠ ਲਗਾ ਅਧਿਕਾਈ, ਇਸ ਚੋਲੀ ਨੂੰ ਬਹੁ ਬਹੁ ਵਿਦ ਭਾਂਤ ਕਰ ਦਾ ਮਤਲਬ ਕਈ ਵਣਗੀਆਂ ਦਾ, ਕਈ ਕਿਸਮਾਂ ਦਾ ਪੱਟ ਲੱਗਾ ਹੋਇਆ ਹੈ, ਰੇਸ਼ਮ ਲੱਗਾ ਹੋਇਆ ਹੈ। ਯਾਨੀ ਇਹਦੇ ਅੰਦਰ ਕੋਮਲਤਾ ਹੈ, ਇਹਦੇ ਅੰਦਰ ਅਨੰਤ ਗੁਣ ਹੈ, ਇਹਦੇ ਅੰਦਰ ਅਨੰਤ ਗਿਆਨ ਹੈ। ਇਸ ਦੇਹੀ ਨੂੰ ਬਹੁਤ ਹੀ ਕੀਮਤੀ ਪੱਟ ਰੇਸ਼ਮ ਲੱਗਾ ਹੋਇਆ ਹੈ। ਰੇਸ਼ਮ ਦੇ ਅੰਦਰ ਹੁੰਦੀ ਨਾ ਕੋਮਲਤਾ, ਤਾਂ ਸਰੀਰ ਨੂੰ ਧਾਰਨ ਕਰਕੇ ਤੁਸੀਂ ਆਪਣੇ ਅੰਦਰ ਕੋਮਲਤਾ ਧਾਰਨ ਕਰ ਸਕਦੇ ਹੋ। ਮੈਂ ਕੋਮਲਤਾ ਧਾਰਨ ਕਰ ਸਕਦਾ ਹਾਂ, ਲੇਕਿਨ ਬੰਦੇ ਨੇ ਇਸ ਕੋਮਲਤਾ ਨੂੰ ਧਾਰਨ ਕਰਨ ਦੀ ਬਜਾਏ ਕਠੋਰਤਾ ਧਾਰਨ ਕੀਤੀ ਹੋਈ ਹੈ, ਕੋਮਲਤਾ ਨੂੰ ਗਵਾ ਬੈਠਾ ਹੈ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਇਹ ਕਠੋਰਤਾ ਕਰਕੇ ਹੈ, ਕੋਮਲਤਾ ਕਰਕੇ ਨਹੀਂ ਹੈ। 2 ਨੰਬਰ ਦੀਆਂ ਦਵਾਈਆਂ ਡੁਪਲੀਕੇਟ ਵੇਚਣੀਆਂ, ਇਹ ਕੋਮਲਤਾ ਕਰਕੇ ਨਹੀਂ, ਇਹ ਕਠੋਰਤਾ ਕਰਕੇ ਹੈ। ਕੋਮਲਤਾ ਹੁੰਦੀ ਕਦੇ ਮਾਂ-ਬਾਪ ਨੂੰ ਬੱਚੇ ਨਾ ਛੱਡਦੇ, ਕੋਮਲਤਾ ਹੁੰਦੀ ਕਦੇ ਤਲਾਕਾਂ ਨਾ ਹੁੰਦੀਆਂ, ਕੋਮਲਤਾ ਹੁੰਦੀ ਕਦੇ ਭਰਾ ਭਰਾਵਾਂ ਦੇ ਵੈਰੀ ਨਾ ਹੁੰਦੇ, ਕੋਮਲਤਾ ਹੁੰਦੀ ਤਾਂ ਕਦੇ ਬੰਬ ਧਮਾਕੇ ਕਰਕੇ ਬੰਦਾ ਬੰਦਿਆਂ ਨੂੰ ਗਰਕ ਨਾ ਕਰਦਾ, ਕਿਉਂਕਿ ਇਸ ਕੋਮਲਤਾ ਨੂੰ ਸਮਝੇ ਹੀ ਨਹੀਂ। ਗੁਰੂ ਜੀ ਕਹਿੰਦੇ ਨੇ ਬਹੁਤ ਕੀਮਤੀ ਕਈ ਕਿਸਮ ਦਾ ਰੇਸ਼ਮ ਪ੍ਰਭੂ ਨੇ ਇਸ ਸਰੀਰ ਚੋਲੀ ਵਿੱਚ ਪੈਦਾ ਕੀਤਾ ਹੈ। ਕੋਈ ਬੂਝੈ ਬੂਝਣ ਹਾਰਾ, ਅੰਤਰ ਵਿਵੇਕ ਕਰ। ਅੰਤਰ ਦਾ ਮਤਲਬ ਮਨ ਵਿੱਚ, ਵਿਵੇਕ ਕਰ ਦਾ ਮਤਲਬ ਪਰਖ ਕੇ। ਕੋਈ ਮਨ ਵਿੱਚ ਵਿਚਾਰ ਕਰਕੇ ਵਿਰਲਾ ਸਮਝਣ ਵਾਲਾ ਇਸ ਭੇਤ ਨੂੰ ਸਮਝਦਾ ਹੈ, ਸਾਰੇ ਨਹੀਂ ਸਮਝ ਪਾਉਂਦੇ। ਕੋਈ ਵਿਰਲੇ ਨੇ ਜਿਨ੍ਹਾਂ ਨੇ ਵਿਚਾਰ ਕਰਕੇ ਇਸ ਭੇਦ ਨੂੰ ਸਮਝਿਆ ਹੈ ਕਿ ਇਹ ਸਰੀਰ ਬੜਾ ਕੀਮਤੀ ਹੈ, ਇਹਦੇ ਵਿੱਚ ਅਨੰਤ ਗੁਣ ਨੇ, ਇਹਦੇ ਵਿੱਚ ਕੋਮਲਤਾ ਹੈ, ਮੈਂ ਰੱਬ ਦਾ ਰੂਪ ਹਾਂ, ਇਹ ਸੰਸਾਰ ਬੜਾ ਸੁਹਾਵਣਾ ਹੈ, ਮੇਰੇ ਅੰਦਰ ਅਨੰਤ ਸੰਭਾਵਨਾਵਾਂ ਨੇ। ਕੋਈ ਵਿਰਲਾ ਆਪਣੇ ਮਨ ਅੰਦਰ ਵਿਚਾਰ ਕਰਕੇ ਇਸ ਭੇਤ ਨੂੰ ਸਮਝਦਾ ਹੈ। ਬੰਦੇ ਨੇ ਇਸ ਭੇਤ ਨੂੰ ਸਮਝੇ ਹੀ ਨਹੀਂ, ਬੰਦਾ ਚੁੱਕਿਆ ਚੁਕਾਇਆ ਹੀ ਤੁਰਿਆ ਫਿਰਦਾ, ਜੋ ਸੁਣਿਆ ਜੋ ਪੜਿਆ ਉਸੇ ਤਰ੍ਹਾਂ ਚੱਲ ਪਿਆ। ਕਾਸ਼ ਇਹ ਗੁਰੂ ਦੇ ਗਿਆਨ ਤੋਂ ਸੇਧ ਲੈਂਦਾ, ਗੁਰੂ ਗਿਆਨ ਰਾਹੀਂ ਆਪਣੇ ਆਪ ਨੂੰ ਪਰਖਦਾ, ਵਾਚਦਾ, ਵਿਵੇਕ ਰਾਹੀਂ ਆਪਣੇ ਅੰਦਰ ਇਹ ਸੋਚ ਸਮਝ ਪੈਦਾ ਕਰਦਾ। ਸੋ ਬੂਝੈ ਇਹ ਵਿਵੇਕ, ਜਿਸ ਬੁਝਾਏ ਆਪ ਹਰ।
ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਏ। ਜਿਸ ਨੂੰ ਹਰੀ ਆਪ ਸਮਝਾਏ ਦਾ ਮਤਲਬ ਜੋ ਰੱਬੀ ਰਜਾ ਦੇ ਅੰਦਰ ਤੁਰੇ, ਜੋ ਪ੍ਰਭੂ ਦੀ ਸ਼ਰਨ ਦੇ ਅੰਦਰ ਆਏ। ਤੇ ਹੁਣ ਇੱਥੇ ਸਾਡੇ ਕੋਲ ਸਵਾਲ ਰਹਿ ਜਾਏਗਾ ਕਿ ਰੱਬ ਕਿਹਨੂੰ ਬੁਝਾਉਂਦਾ ਹੈ, ਰੱਬ ਕਿਹਨੂੰ ਸਮਝਾਉਂਦਾ ਹੈ, ਰੱਬ ਕਿਵੇਂ ਸਮਝਾਉਂਦਾ ਹੈ? ਜਨ ਨਾਨਕ ਕਹੇ ਵਿਚਾਰਾ, ਗੁਰਮੁਖ ਹਰ ਸਤ ਹਰ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਗੁਰੂ ਦੇ ਜ਼ਰੀਏ ਸਾਨੂੰ ਪਤਾ ਲੱਗਦਾ ਹੈ ਕਿ ਸਤ ਹਰ, ਕਿ ਰੱਬ ਸੱਚ ਹੈ, ਰੱਬ ਇੱਕ ਸੱਚਾਈ ਹੈ, ਰੱਬ ਦੀ ਰਜ਼ਾ ਇਸ ਦੁਨੀਆ ਵਿੱਚ ਵਰਤ ਰਹੀ ਹੈ। ਗੁਰੂ ਦੀ ਰਾਹੀਂ ਸਾਨੂੰ ਇਹ ਪਤਾ ਲੱਗਦਾ ਹੈ। ਯਾਨੀ ਰੱਬ ਵੀ ਜੇਕਰ ਸਮਝਾਉਂਦਾ ਹੈ ਤਾਂ ਉਹ ਸਾਨੂੰ ਗੁਰੂ ਦੇ ਜ਼ਰੀਏ ਸਮਝਾਉਂਦਾ ਹੈ। ਜਦੋਂ ਸਾਰੀ ਬਾਣੀ ਨੂੰ ਪੜ੍ਹੋਗੇ ਨਾ, ਤਾਂ ਸਾਰੀ ਬਾਣੀ ਦੇ ਹਰ ਸ਼ਬਦ ਦੇ ਅੰਦਰ ਇਹ ਸ਼ਬਦ ਆ ਰਹੇ ਨੇ, ਗੁਰ, ਗੁਰੂ, ਸਤਿਗੁਰ, ਸਤਿਗੁਰੂ, ਸਾਧ, ਸੰਤ ਆਦਿਕ, ਗੁਰਮੁਖ, ਇਹ ਸ਼ਬਦ ਆ ਰਹੇ ਨੇ। ਔਰ ਇਹਨਾਂ ਸਾਰੇ ਸ਼ਬਦਾਂ ਦਾ ਮੀਨਿੰਗ ਹੈ ਗੁਰੂ। ਸਾਰੀ ਬਾਣੀ ਸਾਨੂੰ ਇਹ ਦੱਸ ਰਹੀ ਹੈ ਕਿ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ, ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਆਪਣਾ ਜੀਵਨ ਬਿਤਾਉਣਾ ਹੈ। ਉਹਨੂੰ ਇਸ ਚੀਜ਼ ਦੀ ਫਿਰ ਸਮਝ ਆ ਜਾਂਦੀ ਹੈ, ਉਹ ਵਿਚਾਰ ਕਰਕੇ ਇਸ ਚੀਜ਼ਾਂ ਨੂੰ ਸਮਝਣ ਜੋਗਾ ਹੋ ਜਾਂਦਾ ਹੈ। ਸ਼ਲੋਕ ਮਹਿਲਾ ਤੀਜਾ। ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਪਰਥਾਏ ਦਾ ਮਤਲਬ ਵਾਸਤੇ, ਸੰਬੰਧ ਵਿੱਚ। ਮਹਾਪੁਰਖ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ। ਸਾਂਝੀ ਦਾ ਮਤਲਬ ਸਾਂਝੀ, ਸਾਖੀ ਦਾ ਮਤਲਬ ਸਿੱਖਿਆ, ਸਗਲ ਜਹਾਨੇ ਦਾ ਮਤਲਬ ਸਾਰੇ ਸੰਸਾਰ ਵਾਸਤੇ। ਜੋ ਪ੍ਰਭੂ ਦੇ ਪਿਆਰੇ ਨੇ ਉਹ ਸਿੱਖਿਆ ਕਿਸੇ ਸੰਬੰਧ ਵਿੱਚ ਬੋਲਦੇ ਨੇ, ਕਿਸੇ ਦੇ ਸੰਬੰਧ ਵਿੱਚ ਬੋਲਦੇ ਨੇ, ਲੇਕਿਨ ਉਹ ਸਿੱਖਿਆ ਕਿਸੇ ਇੱਕ ਵਾਸਤੇ ਨਹੀਂ ਹੁੰਦੀ। ਸਾਂਝੀ ਸਗਲ ਜਹਾਨੇ, ਉਹ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ। ਜਿਵੇਂ ਹੁਣ ਸ਼ਬਦ ਆ ਗਿਆ ਨਾ, ਸਾਧੂ ਮਨ ਕਾ ਮਾਨ ਤਿਆਗੋ, ਤਾਂ ਉਹ ਕੱਲੇ ਸਾਧਾਂ ਵਾਸਤੇ ਨਹੀਂ ਹੈ, ਸਾਰੇ ਸੰਸਾਰ ਲਈ ਹੈ। ਗੱਲ ਕਿਸੇ ਸਾਧੂ ਨਾਲ ਹੋ ਰਹੀ ਹੈ, ਨਾਮ ਉਹਦਾ ਲੈ ਰਹੇ ਨੇ, ਲੇਕਿਨ ਗੱਲ ਸਾਰੇ ਸੰਸਾਰ ਵਾਸਤੇ ਹੈ। ਜੋਗੀ ਨਾਲ ਗੱਲ ਹੋ ਰਹੀ ਹੈ, ਜਗ ਗੱਲੀ ਜੋਗ ਨਾ ਹੋਈ, ਕਿ ਗੱਲਾਂ ਨਾਲ ਰੱਬ ਨਾਲ ਜੁੜਨਾ ਨਹੀਂ ਮਿਲਦਾ। ਪਰ ਇਹ ਸਿੱਖਿਆ ਸਾਂਝੀ ਹੈ ਸਾਰਿਆਂ ਵਾਸਤੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ ਗੋਰੇ, ਹਰ ਇੱਕ ਵਾਸਤੇ ਸਾਂਝੀ ਹੈ। ਤਾਂ ਇਹ ਚੀਜ਼ ਸਮਝਣ ਵਾਲੀ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਨਾ, ਜੋ 35 ਮਹਾਂਪੁਰਖਾਂ ਨੇ ਉਚਾਰਨ ਕੀਤੀ ਹੈ, ਇਹ ਕਿਸੇ ਕੱਲੇ ਇੱਕ ਫਿਰਕੇ ਵਾਸਤੇ ਨਹੀਂ ਹੈ, ਇਹ ਸਾਰੇ ਸੰਸਾਰ ਲਈ ਸਾਂਝੀ ਹੈ। ਬਾਣੀ ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ ਔਰ ਸਰਬਕਾਲੀ ਹੈ। ਸਰਬ ਸਾਂਝੀ ਦਾ ਮਤਲਬ ਕਿ ਦੁਨੀਆ ਦਾ ਹਰ ਮਨੁੱਖ ਪਾਵਨ ਬਾਣੀ ਪੜਨ, ਸੁਣਨ, ਵਿਚਾਰਨ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਹੱਕ ਰੱਖਦਾ ਹੈ। ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਕਰਦੀ ਹੈ ਬਾਣੀ। ਸਰਬ ਦੇਸ਼ੀ ਦਾ ਮਤਲਬ ਕਿ ਹਰ ਦੇਸ਼ ਵਿੱਚ, ਯਾਨੀ ਦੁਨੀਆ ਦੇ ਹਰ ਕੋਨੇ ਤੇ ਲਾਗੂ ਕੀਤੀ ਜਾ ਸਕਦੀ ਹੈ। ਐਸੀ ਜ਼ਿੰਦਗੀ ਕਿਤੇ ਵੀ ਜੀਵੀ ਜਾ ਸਕਦੀ ਹੈ। ਔਰ ਸਰਬ ਕਾਲੀ ਦਾ ਮਤਲਬ ਬੀਤ ਗਏ ਸਮੇਂ ਵਿੱਚ ਵੀ ਇਹ ਸਿਧਾਂਤ ਸੱਚ ਸੀ, ਅੱਜ ਵੀ ਸੱਚ ਨੇ, ਆਉਣ ਵਾਲੇ ਸਮੇਂ ਦੇ ਅੰਦਰ ਵੀ ਸੱਚ ਹੋਣਗੇ। ਇਸ ਚੀਜ਼ ਨੂੰ ਮੁੱਖ ਰੱਖ ਕੇ ਗੁਰਬਾਣੀ ਦੇ ਅਰਥ ਕਰਨੇ ਨੇ। ਜਿਹੜੇ ਸਾਡੇ ਕੀਤੇ ਹੋਏ ਅਰਥ ਯੂਨੀਵਰਸਲ ਟਰੁਥ ਦੇ ਉੱਤੇ ਪੂਰੇ ਨਹੀਂ ਉਤਰਦੇ, ਉਹ ਸਾਡੇ ਅਰਥ ਗਲਤ ਨੇ। ਬਾਣੀ ਬਿਲਕੁਲ ਸੱਚ ਹੈ, ਸਰਬਦੇਸ਼ੀ, ਸਰਬ ਸਾਂਝੀ, ਸਰਬਕਾਲੀ ਹੈ। ਪਰ ਜਿਹੜੇ ਅਸੀਂ ਅਰਥ ਕਰਦੇ ਹਾਂ, ਜੇ ਮੇਰੇ ਕੀਤੇ ਹੋਏ ਅਰਥ ਯੂਨੀਵਰਸਲ ਟਰੁਥ ਦੇ ਉੱਤੇ ਪੂਰੇ ਨਹੀਂ ਉਤਰਦੇ, ਤਾਂ ਉਹ ਮੇਰੇ ਕੀਤੇ ਹੋਏ ਅਰਥ ਗਲਤ ਮੰਨਣੇ ਚਾਹੀਦੇ ਨੇ। ਮੈਂ ਆਪਣੇ ਅਰਥਾਂ ਦੀ ਗੱਲ ਕਰ ਰਿਹਾ। ਕਿਸੇ ਵੀ ਵਿਦਵਾਨ ਦੇ ਕੀਤੇ ਹੋਏ ਅਰਥ ਜੇ ਯੂਨੀਵਰਸਲ ਟਰੁਥ ਤੇ ਪੂਰੇ ਨਹੀਂ ਉਤਰਦੇ, ਤਾਂ ਇਹਦਾ ਮਤਲਬ ਉਹਦੇ ਅਰਥ ਗਲਤ ਨੇ। ਗੁਰਬਾਣੀ ਜਿਹੜੀ ਹੈ ਸਾਰੇ ਸੰਸਾਰ ਵਾਸਤੇ ਸਾਂਝੀ ਹੈ, ਸੱਚ ਹੈ, ਪਹਿਲਾਂ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ। ਇਹ ਚੀਜ਼ ਨੂੰ ਮੁੱਖ ਰੱਖ ਕੇ ਜੇ ਅਰਥ ਕਰੋਗੇ, ਬਾਣੀ ਨੂੰ ਸਮਝੋਗੇ, ਤਾਂ ਫਿਰ ਇੱਕ ਹੋਰ ਵੱਖਰਾ ਆਨੰਦ ਜ਼ਿੰਦਗੀ 'ਚ ਪੈਦਾ ਹੋਊਗਾ। ਗੁਰਮੁਖ ਹੋਏ
सो भौ करे ਆਪਣਾ ਆਪ ਪਛਾਣੈ। ਗੁਰਮੁਖ ਦਾ ਮਤਲਬ ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ। ਭਉ ਕਰੇ ਦਾ ਮਤਲਬ ਗੁਰੂ ਦੀ ਪਾਵਨ ਬਾਣੀ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਅੰਦਰ ਪ੍ਰਭੂ ਦਾ ਡਰ ਪੈਦਾ ਕਰਦਾ ਹੈ, ਅਦਬ ਪੈਦਾ ਕਰਦਾ ਹੈ। ਤੇ ਡਰ ਅਦਬ ਪੈਦਾ ਕਰਕੇ ਆਪਣਾ ਆਪ ਪਛਾਣੈ, ਉਹ ਆਪਣੇ ਆਪੇ ਦੀ ਫਿਰ ਖੋਜ ਕਰਦਾ ਹੈ, ਆਪਣੇ ਆਪੇ ਦੀ ਪਛਾਣ ਕਰਦਾ ਹੈ। ਜਿਵੇਂ ਹੁਣ ਅਸੀਂ ਸਾਰੀ ਪਾਵਨ ਬਾਣੀ ਸੁਣੀ, ਤਾਂ ਜਿਸ ਮਨੁੱਖ ਦੇ ਅੰਦਰ ਡਰ ਅਦਬ ਪੈਦਾ ਹੋਏਗਾ, ਜਿਹਦੇ ਅੰਦਰ ਭਉ ਪੈਦਾ ਹੋਏਗਾ, ਅਦਬ ਪੈਦਾ ਹੋਏਗਾ, ਪਿਆਰ ਪੈਦਾ ਹੋਏਗਾ, ਫਿਰ ਉਹ ਆਪਣੇ ਆਪੇ ਦੀ ਪਛਾਣ ਕਰੇਗਾ। ਆਪਣੇ ਆਪੇ ਦੀ ਪਛਾਣ ਦਾ ਮਤਲਬ ਕਿ ਕੀ ਮੈਂ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰ ਰਿਹਾ ਹਾਂ, ਕੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰ ਰਿਹਾ ਹਾਂ, ਮੈਂ ਐਸੀ ਜ਼ਿੰਦਗੀ ਜੀ ਰਿਹਾ ਹਾਂ। ਆਪਣੇ ਆਪੇ ਦੀ ਪਛਾਣ ਕਰਦਾ ਹੈ। ਮੇਰੇ ਵਿੱਚ ਗਲਤੀਆਂ ਕੀ ਨੇ, ਮੇਰੇ ਵਿੱਚ ਗੁਣ ਕੀ ਨੇ, ਮੈਂ ਕਿੱਥੇ ਖੜਾ ਹਾਂ, ਮੈਂ ਕਿੱਥੇ ਪਹੁੰਚਣਾ ਚਾਹੁੰਦਾ ਹਾਂ, ਉਹ ਆਪਣੇ ਆਪੇ ਦੀ ਫਿਰ ਪਹਿਚਾਣ ਕਰਦਾ ਹੈ। ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ। ਮਨ ਹੀ ਤੇ ਮਨ ਮਾਨੈ ਦਾ ਮਤਲਬ ਉਹਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ। ਮਨ ਮੰਨ ਜਾਂਦਾ ਹੈ ਮਤਲਬ ਮਨ ਭਟਕਣ ਤੋਂ ਰੁਕ ਜਾਂਦਾ ਹੈ। ਮਨ ਫਿਰ ਇੱਧਰ ਉੱਧਰ ਭਟਕਦਾ ਨਹੀਂ। ਕਿਹਦਾ ਮਨ ਨਹੀਂ ਭਟਕਦਾ? ਗੁਰ ਪ੍ਰਸਾਦੀ ਜੀਵਤ ਮਰੈ, ਜਿਹੜਾ ਗੁਰੂ ਦੇ ਗਿਆਨ, ਗੁਰੂ ਦੀ ਕਿਰਪਾ ਦੇ ਨਾਲ ਜੀਵਤ ਭਾਵ ਤੋਂ ਮਰ ਜਾਂਦਾ ਹੈ। ਯਾਨੀ ਸੰਸਾਰ ਵਿੱਚ ਵਿਚਰਦਾ ਹੋਇਆ ਜੋ ਮਾਇਆ ਵੱਲੋਂ ਉਦਾਸ ਰਹਿੰਦਾ ਹੈ, ਉਪਰਾਮ ਰਹਿੰਦਾ ਹੈ। ਮਾਇਆ ਦਾ ਮਤਲਬ ਪੈਸਾ ਆਦਿਕ ਨਹੀਂ ਹੈ। ਮਾਇਆ ਦਾ ਮਤਲਬ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਯਾਨੀ ਉਹ ਸੰਸਾਰ ਦੇ ਅੰਦਰ ਰਹਿੰਦਾ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਨਿਰਲੇਪ ਰਹਿ ਕੇ ਜ਼ਿੰਦਗੀ ਜੀਂਦਾ ਹੈ। ਤਾਂ ਜਿਹੜਾ ਇਨਸਾਨ ਗੁਰੂ ਦੀ ਰਹਿਮਤ ਸਦਕਾ ਆਪੇ ਭਾਵ ਨੂੰ ਮਾਰ ਲੈਂਦਾ ਹੈ, ਉਹਦਾ ਮਨ ਮੰਨ ਜਾਂਦਾ ਹੈ, ਭਾਵ ਕਿ ਉਹਦੇ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ, ਉਹਦੇ ਮਨ ਵਿੱਚ ਟਿਕਾਵ ਆ ਜਾਂਦਾ ਹੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ, ਸੇ ਕਿਆ ਕਥੈ ਗਿਆਨੈ। ਪ੍ਰਤੀਤ ਦਾ ਮਤਲਬ ਨਿਸ਼ਚਾ, ਵਿਸ਼ਵਾਸ ਨਹੀਂ। ਕਥੈ ਗਿਆਨੇ ਦਾ ਮਤਲਬ ਦੂਜਿਆਂ ਨੂੰ ਕੀ ਗਿਆਨ ਦੀਆਂ ਗੱਲਾਂ ਦੱਸਦੇ ਨੇ, ਭਾਵ ਦੂਜਿਆਂ ਨੂੰ ਗਿਆਨ ਦੀਆਂ ਗੱਲਾਂ ਦੱਸਣ ਦਾ ਕੋਈ ਲਾਭ ਨਹੀਂ। ਤਾਂ ਜਿਨ੍ਹਾਂ ਦਾ ਮਨ ਨਹੀਂ ਪਤੀਜਿਆ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਜਿਨ੍ਹਾਂ ਦਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਬਣਿਆ, ਮਤਲਬ ਜਿਨ੍ਹਾਂ ਨੇ ਗੁਰਬਾਣੀ ਦੀਆਂ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਅਮਲ ਨਹੀਂ ਕੀਤਾ। ਨਾਨਕ ਸੇ ਕਿਆ ਕਥੈ ਗਿਆਨੈ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੀ ਲਾਭ ਹੈ? ਉਹ ਲੋਕਾਂ ਨੂੰ ਸੁਣਾਉਣ ਦਾ ਫਾਇਦਾ ਕੀ ਹੈ? ਉਹਨਾਂ ਨੂੰ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੈ। ਚੁੰਚ ਗੱਲਾਂ ਨੇ, ਫਿਰ ਗੱਲਾਂ ਦੇ ਨਾਲ ਕੁਝ ਨਹੀਂ ਮਿਲਣ ਵਾਲਾ। ਜਿਵੇਂ ਹੁਣ ਮੈਂ ਹਾਂ, ਮੈਂ ਆਪਣੀ ਗੱਲ ਕਰਾਂ, ਮੈਂ ਆਪ ਦੇ ਨਾਲ ਗੁਰਬਾਣੀ ਦੀਆਂ ਗੱਲਾਂ ਕਰ ਰਿਹਾ ਹਾਂ, ਤੇ ਜੇ ਮੇਰਾ ਆਪਣਾ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ, ਮੈਂ ਆਪ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ, ਅਮਲ ਵਿੱਚ ਨਹੀਂ ਲਿਆਉਂਦਾ, ਤਾਂ ਮੇਰਾ ਗੱਲਾਂ ਕਰਨ ਦਾ ਮੈਨੂੰ ਕੋਈ ਲਾਭ ਨਹੀਂ ਹੋਏਗਾ। ਗੱਲੀ ਜੋਗ ਨਾ ਹੋਈ, ਜਾਂ ਚਤੁਰਾਈ ਕਿਨੇ ਨਾ ਪਾਇਆ। ਗੱਲਾਂ ਦੇ ਨਾਲ ਕੁਝ ਵੀ ਨਹੀਂ ਮਿਲਣ ਵਾਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਤਵੀਆਂ। ਤਾਂ ਨਿਰੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੈ। ਮਹਿਲਾ ਤੀਜਾ, ਗੁਰਮੁਖ ਚਿਤ ਨਾ ਲਾਇਓ, ਅੰਤ ਦੁੱਖ ਪਹੁਤਾ ਆਏ। ਪਹੁਤਾ ਦਾ ਮਤਲਬ ਪਹੁੰਚਿਆ, ਮਿਲਿਆ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਚਿੱਤ ਨਾ ਲਾਇਓ ਦਾ ਮਤਲਬ ਜੇ ਚਿੱਤ ਨੂੰ ਹਰੀ ਦੇ ਗੁਣਾਂ ਦੇ ਨਾਲ ਨਹੀਂ ਲਾਇਆ, ਰੱਬੀ ਹੁਕਮ ਦੇ ਵਿੱਚ ਨਹੀਂ ਜੋੜਿਆ। ਜਿਨ੍ਹਾਂ ਨੇ ਸਤਿਗੁਰ ਦੇ ਸਨਮੁਖ ਹੋ ਕੇ ਆਪਣਾ ਚਿੱਤ ਰੱਬੀ ਗੁਣਾਂ ਵਿੱਚ ਨਹੀਂ ਜੋੜਿਆ, ਰੱਬੀ ਹੁਕਮ ਮੁਤਾਬਕ ਜਿਨ੍ਹਾਂ ਨੇ ਜ਼ਿੰਦਗੀ ਨਹੀਂ ਜੀਵੀ, ਆਖਿਰ ਰਿਜ਼ਲਟ ਕੀ ਨਿਕਲਦਾ ਹੈ ਜ਼ਿੰਦਗੀ ਦਾ? ਅੰਤ ਦੁੱਖ ਪਹੁਤਾ ਆਏ। ਉਹਨਾਂ ਨੂੰ ਆਖਿਰ ਦੁੱਖ ਆ ਵਾਪਰਦਾ ਹੈ, ਉਹਨਾਂ ਦੇ ਕੋਲ ਆਖਿਰ ਦੁੱਖ ਪਹੁੰਚਦਾ ਹੈ, ਦੁੱਖ ਉਹਨਾਂ ਨੂੰ ਮਿਲਦਾ ਹੈ। ਉਹਨਾਂ ਦੇ ਜੀਵਨ ਦਾ ਰਿਜ਼ਲਟ ਨਿਕਲਦਾ ਕਿ ਜੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨਾਲ ਚਿੱਤ ਨਹੀਂ ਜੋੜਿਆ, ਸੱਚ ਨੂੰ ਇੰਪਲੀਮੈਂਟ ਨਹੀਂ ਕੀਤਾ, ਤਾਂ ਜ਼ਿੰਦਗੀ ਦੇ ਅੰਦਰ ਅਖੀਰ ਦੁੱਖ ਆਏਗਾ।
क्योंकि विकारां दा रिजल्ट दुख निकलेगा। बेशक कोई धर्म ग्रंथ पढ़ी जाए, बाणी पढ़ी जाए, पर जे बाणी ते अमल नहीं करता, बाणी पढ़दा होया करैक्टरवान नहीं है, जां झूठ बोलदा है, ठगियां मारदा है, ਤਾਂ आखिर दुख आएगा ना। गल ਤਾਂ अमल करन दी। अंदरों बाहरों अंधियां सुध ना काई पाए। ਉਹਨਾਂ ਦਾ ਮਨ ਅਗਿਆਨੀ ਹੈ ਤੇ ਬਾਹਰੋਂ ਕੰਮ ਵੀ ਉਹਨਾਂ ਦੇ ਅੰਨਿਆਂ ਵਾਲੇ ਨੇ। ਅੰਦਰੋਂ ਬਾਹਰੋਂ ਅੰਧਿਆਂ, ਉਹ ਅੰਦਰੋਂ ਬਾਹਰੋਂ ਅੰਨੇ ਨੇ। ਅੰਦਰੋਂ ਬਾਹਰੋਂ ਅੰਨੇ ਹੋਣ ਦਾ ਮਤਲਬ ਮਨ ਵੀ ਅਗਿਆਨੀ ਹੈ, ਮਨ ਅੰਦਰ ਵੀ ਖੋਟ, ਤੇ ਬਾਹਰੋਂ ਅੰਧੇ ਦਾ ਮਤਲਬ ਬਾਹਰੋਂ ਕੰਮ ਵੀ ਖੋਟੇ ਕਰਦੇ ਨੇ, ਠੱਗੀਆਂ ਮਾਰਦੇ ਨੇ, ਚੋਰੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ। ਕਿਉਂਕਿ ਅੰਦਰ ਅਗਿਆਨਤਾ ਭਰੀ ਪਈ ਹੈ ਔਰ ਅੰਦਰ ਦੀ ਅਗਿਆਨਤਾ ਬਾਹਰ ਪ੍ਰਗਟ ਹੋ ਰਹੀ ਹੈ। ਅੰਦਰ ਧਰਮ ਬਾਰੇ ਕੋਈ ਸੂਝ ਨਹੀਂ ਤੇ ਬਾਹਰੋਂ ਕੰਮ ਵੀ ਅੰਨਿਆਂ ਵਾਲੇ ਕਰ ਰਹੇ ਨੇ, ਧੂਫਾਂ ਦਿਖਾ ਰਹੇ ਨੇ ਸਾਰਾ ਸਾਰਾ। ਫੋਟੋਆਂ ਦੇ ਚਫੇਰੇ ਧੂਫਾਂ ਦਾ ਗੇੜਾ ਬੰਨਿਆ ਹੋਇਆ ਹੈ, ਤੀਰਥਾਂ ਤੇ ਤੁਰੇ ਫਿਰਦੇ ਨੇ, ਮੜੀਆਂ ਨੂੰ ਮੱਥਾ ਟੇਕ। ਅੰਨਾ ਕੰਮ ਹੀ ਹੈ ਨਾ। ਕਿਸੇ ਪੀਰ ਅੱਗੇ ਮੱਥਾ ਟੇਕ ਕੇ ਤੇ ਅਰਦਾਸ ਕਰਨੀ ਕਿ ਪੀਰ ਬਾਬਾ ਮੇਰੀ ਲੰਮੀ ਉਮਰ ਕਰਦਾ, ਮੈਨੂੰ ਦੇ ਅਰੋਗਤਾ ਬਖਸ਼। ਬੇਵਕੂਫੀ ਹੈ ਨਾ। ਜੇ ਬੰਦਾ ਪੁੱਛੇ ਵੀ ਪੀਰ ਤੇਰੀ ਉਮਰ ਲੰਬੀ ਕਰਨ ਜੋਗਾ ਹੁੰਦਾ ਤੇ ਆਪ ਕਿਉਂ ਮਰਦਾ, ਉਹ ਤੇ ਆਪ ਮਰਿਆ ਪਿਆ। ਅੰਨਾ ਕੰਮ ਹੋ ਗਿਆ ਨਾ। ਤੀਰਥਾਂ ਤੇ ਨਹਾ ਨਾ ਕੇ ਕੀ ਪਾਪ ਉਤਰ ਜਾਣਗੇ, ਸਮਾਧੀਆਂ ਲਾ ਲਾ ਕੇ ਕੀ ਪਾਪ ਲੈ ਜਾਣਗੇ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਨਹੀਂ, ਜੋ ਗੁਰਬਾਣੀ ਤੇ ਅਮਲ ਨਹੀਂ ਕਰਦੇ, ਉਹ ਅੰਦਰੋਂ ਵੀ ਉਹਨਾਂ ਦਾ ਮਨ ਅਗਿਆਨੀ ਹੁੰਦਾ ਹੈ, ਬਾਹਰੋਂ ਉਹਨਾਂ ਦੇ ਕਰਮ ਅਗਿਆਨੀ ਹੁੰਦੇ ਨੇ। ਸੁਧ ਨਾ ਕਾਈ ਪਾਏ, ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ, ਬੇਸਮਝੀ ਵਾਲੇ ਕਰਮ ਕਰੀ ਜਾਂਦੇ। ਅਗਲਾ ਬਚਨ ਕਰਦੇ ਨੇ, ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰ ਨਾਏ। ਇੱਥੇ ਹੁਣ ਕਿਸੇ ਪੰਡਿਤ ਦੇ ਨਾਲ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਨੇ ਕਿ ਹੇ ਪੰਡਿਤ, ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ, ਜੋ ਪ੍ਰਭੂ ਦੇ ਹੁਕਮ ਦੇ ਅੰਦਰ ਰੰਗੇ ਹੋਏ ਨੇ। ਜੋ ਰੱਤੇ ਹਰ ਨਾਏ, ਹਰ ਨਾਏ ਦਾ ਮਤਲਬ ਰੱਬ ਦੀ ਸਿਫਤ ਸਲਾਹ, ਰੱਬੀ ਗੁਣ, ਰੱਬੀ ਹੁਕਮ। ਜਿਨ੍ਹਾਂ ਦਾ ਮਨ ਰੱਬੀ ਹੁਕਮ ਔਰ ਰੱਬੀ ਗੁਣਾਂ ਦੇ ਅੰਦਰ ਰੰਗਿਆ ਹੋਇਆ ਹੈ, ਜਿਨ੍ਹਾਂ ਦੀ ਸੋਚ ਰੱਬੀ ਹੁਕਮ ਔਰ ਰੱਬੀ ਗੁਣਾਂ ਦੇ ਅੰਦਰ ਰੰਗੀ ਹੋਈ ਹੈ, ਜੋ ਮਨ ਬਚਨ ਔਰ ਕਰਮ ਕਰਕੇ ਰੱਬੀ ਰਜ਼ਾ ਵਿੱਚ ਤੁਰਦੇ ਔਰ ਰੱਬੀ ਗੁਣਾਂ ਦੇ ਧਾਰਨੀ ਨੇ, ਇਹ ਪੰਡਿਤ, ਉਹਨਾਂ ਦੇ ਸਦਕਾ, ਉਹਨਾਂ ਦੀ ਬਰਕਤ ਨਾਲ ਆ ਸਾਰਾ ਸੰਸਾਰ ਖਾਂਦਾ ਹੈ। ਖਾਂਦਾ ਦਾ ਮਤਲਬ ਕਿ ਗੁਣਾਂ ਦਾ ਧਾਰਨੀ ਹੁੰਦਾ ਹੈ, ਆਤਮਿਕ ਜੀਵਨ ਮਾਣਦਾ ਹੈ। ਕਿਉਂਕਿ ਜਿਨ੍ਹਾਂ ਦੇ ਅੰਦਰ ਗੁਣ ਨੇ, ਜੋ ਆਤਮਿਕ ਜ਼ਿੰਦਗੀ ਜੀ ਰਹੇ ਨੇ, ਮਾਣ ਰਹੇ ਨੇ, ਉਹਨਾਂ ਦੀ ਸੰਗਤ ਕੋਈ ਕਰੇਗਾ, ਉਹਨਾਂ ਨੂੰ ਫੋਲੋ ਕਰੇਗਾ ਤੇ ਉਹ ਹੀ ਫਿਰ ਆਤਮਿਕ ਜੀਵਨ, ਆਤਮਿਕ ਆਨੰਦ ਮਾਣੇਗਾ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪੰਡਿਤ ਜਿਹੜੇ ਤੂੰ ਕਰਮ ਕਾਂਡ ਦੱਸ ਰਿਹਾ ਹੈ, ਜਾਂ ਕਰਮ ਕਾਂਡੀ ਲੋਕ ਕਰਮ ਕਾਂਡ ਕਰ ਰਹੇ ਨੇ, ਉਹ ਅੰਦਰੋਂ ਵੀ ਅਗਿਆਨੀ ਨੇ, ਬਾਹਰੋਂ ਵੀ ਅਗਿਆਨਤਾ ਵਾਲੇ ਕਰਮ ਕਰ ਰਹੇ ਨੇ। ਉਹਨਾਂ ਕਰਮਾਂ ਦਾ ਕੋਈ ਲਾਭ ਨਹੀਂ ਹੈ, ਸਗੋਂ ਰੱਬੀ ਗੁਣਾਂ ਦੇ ਧਾਰਨੀ ਹੋਣ ਦਾ ਲਾਭ ਹੈ। ਤੇ ਇਹ ਪੰਡਿਤ ਜਿਹੜੇ ਲੋਕ ਰੱਬੀ ਗੁਣਾਂ ਦੇ ਧਾਰਨੀ ਨੇ, ਉਹ ਆਪ ਵੀ ਆਤਮਿਕ ਆਨੰਦ ਮਾਣਦੇ ਨੇ ਤੇ ਉਹਨਾਂ ਦੀ ਬਰਕਤ ਨਾਲ, ਉਹਨਾਂ ਦੀ ਬਦੌਲਤ ਹੋਰ ਵੀ ਲੋਕ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਆਤਮਿਕ ਆਨੰਦ ਮਾਣਦੇ। ਜਿਨ ਗੁਰ ਕੈ ਸ਼ਬਦ ਸਲਾਹਿਆ, ਹਰਸਿਉ ਰਹੇ ਸਮਾਏ। ਗੁਰੂ ਪਾਤਸ਼ਾਹ ਜੀ ਸਾਨੂੰ ਫਿਰ ਸਮਝਾ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਸਿਫਤ ਸਲਾਹ ਕੀਤੀ, ਸਲਾਹਿਆ ਦਾ ਮਤਲਬ ਸਿਫਤ ਸਲਾਹ ਕੀਤੀ, ਗੁਣ ਗਾਏ, ਗੁਣਾਂ ਦੇ ਧਾਰਨੀ ਹੋਏ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਤੇ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕੀਤੀ, ਉਹਨਾਂ ਨੂੰ ਮਿਲਿਆ ਕਿ ਹਰਸਿਉ ਰਹੇ ਸਮਾਏ, ਉਹ ਰੱਬ ਦੇ ਵਿੱਚ ਹੀ ਲੀਨ ਹੋ ਗਏ, ਰੱਬ ਵਰਗੇ ਹੀ ਹੋ ਗਏ। ਦੇਖੋ ਕਿੰਨਾ ਸੌਖਾ ਸਾਧਨ ਹੈ। ਗੁਰੂ ਦੇ ਗਿਆਨ ਰਾਹੀਂ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ ਤੇ ਰੱਬ ਵਰਗੇ ਹੋ ਜਾਣਾ। ਪੰਡਿਤ ਦੂਜੇ ਪਾਏ ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ। ਬਰਕਤ ਦਾ ਮਤਲਬ ਹੁੰਦਾ ਹੈ ਲਹਿਰ ਬਹਿਰ। ਅਸੀਂ ਕਹਿੰਦੇ ਯਾਰ ਫਲਾਣੇ ਦੇ ਘਰ ਤੇ ਲਹਿਰ ਬਹਿਰ ਹੋ ਗਈ, ਬੜੀ ਬਰਕਤ ਪਈ, ਵਾਧਾ ਹੋਣਾ ਕਿਸੇ ਚੀਜ਼ ਦਾ। ਦੂਜੇ ਭਾਏ ਦਾ ਮਤਲਬ ਦ્વੈਤ ਭਾਵ, ਸੱਚ ਨੂੰ ਛੱਡ ਕੇ
ਤੇ ਝੂਠ ਫਰੇਬ ਵਾਲੇ ਕਰਮ ਕਰਨੇ, ਇੱਕ ਰੱਬ ਨੂੰ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਨਾ, ਮਤਲਬ ਮੇਰ ਤੇਰ ਵਾਲੇ ਵਿਤਕਰਿਆਂ ਵਾਲੀ ਜ਼ਿੰਦਗੀ ਜੀਣੀ, ਦੁਐਤ ਦੇ ਅੰਦਰ ਜੀਣਾ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣਾ, ਸ਼ੁਭ ਗੁਣਾਂ ਨੂੰ ਛੱਡ ਕੇ ਔਗੁਣਾਂ ਦੇ ਨਾਲ ਪਿਆਰ ਕਰਨਾ, ਇਹ ਸਾਰੇ ਦਾ ਮਤਲਬ ਦੁਐਤ ਭਾਵ। ਗੁਰੂ ਜੀ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਫਸੇ ਰਿਆਂ, ਅਵਗੁਣਾਂ ਦੇ ਧਾਰ ਨਹੀਂ ਹੋਇਆਂ, ਬਰਕਤ ਨਾ ਹੋਈ, ਆਤਮਿਕ ਜੀਵਨ ਵੱਧਦਾ ਫੁੱਲਦਾ ਨਹੀਂ, ਜੀਵਨ ਦੇ ਅੰਦਰ ਸ਼ੁਭ ਗੁਣਾਂ ਦਾ ਵਾਧਾ ਨਹੀਂ ਹੁੰਦਾ, ਸ਼ਾਂਤੀ ਨਹੀਂ ਆਉਂਦੀ, ਆਨੰਦ ਨਹੀਂ ਮਿਲਦਾ, ਨਾ ਧਨ ਪੱਲੇ ਪਾਏ ਤੇ ਨਾ ਹੀ ਸ਼ੁਭ ਗੁਣਾਂ ਦਾ ਧਨ ਹੀ ਪੱਲੇ ਪੈਂਦਾ, ਨਾ ਸ਼ੁਭ ਗੁਣ ਆਏ, ਨਾ ਸੰਤੋਖ ਆਇਆ, ਨਾ ਜੀਵਨ ਦੇ ਵਿੱਚ ਬਰਕਤ ਆਈ, ਨਾ ਆਤਮਿਕ ਜੀਵਨ ਵਿੱਚ ਵਾਧਾ ਹੋਇਆ। ਕਿਉਂ? ਦੂਜੇ ਪਾਏ, ਇੱਕ ਨੂੰ ਛੱਡ ਕੇ ਦੂਜੇ ਦੇ ਨਾਲ ਜਿਹੜੇ ਲੱਗ ਗਏ। ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ। ਇਹਨੂੰ ਪੜ ਪੋਲਾ ਜਿਹਾ ਨਹੀਂ ਬੋਲਣਾ, ਰਾੜੇ ਥੱਲੇ ਅੱਧਾ ਹਾਹਾ ਲਾ ਕੇ ਬੋਲਣਾ ਪੜ। ਜੇ ਬੋਲੋਗੇ ਨਾ ਪੜ, ਤੇ ਪੜ ਦਾ ਮਤਲਬ ਹੁੰਦਾ ਹੈ ਡਿੱਗ ਜਾਣਾ। ਇੱਥੇ ਹੈ ਪੜ, ਪੜ ਦਾ ਮਤਲਬ ਪੜਨਾ। ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ। ਜਲਤ ਦਾ ਮਤਲਬ ਸੜਦਿਆਂ, ਵਿਹਾਏ ਦਾ ਮਤਲਬ ਬੀਤਦੀ ਹੈ, ਅਨ ਦਿਨ ਦਾ ਮਤਲਬ ਹਰ ਰੋਜ਼ ਹਰ ਸਮੇਂ। ਪੜ ਪੜ ਕੇ ਥੱਕ ਜਾਂਦੇ ਨੇ ਪਰ ਸੰਤੋਖ ਨਹੀਂ ਆਉਂਦਾ। ਹਰ ਵੇਲੇ ਉਮਰ ਸੜਦਿਆਂ ਗੁਜ਼ਰਦੀ ਹੈ। ਪੜ ਪੜ ਕੇ ਥੱਕ ਜਾਂਦੇ ਨੇ ਲੋਕ, ਪਰ ਅਮਲ ਨਹੀਂ ਨਾ ਕੀਤਾ। ਤਾਂ ਨਿਰੇ ਪੜਨ ਦੇ ਨਾਲ ਸੰਤੋਖ ਥੋੜਾ ਆਏਗਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਖ, ਪੜੀਆਂ ਜੀਤੇ ਬਰਸ ਬਰਸ, ਪੜੀਆਂ ਜੀਤੇ ਮਾਸ। ਜਿੰਨਾ ਮਰਜੀ ਪੜ ਲਓ। ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤਾਂ ਗੱਲ ਸੀ ਪੜ ਕੇ ਅਮਲ ਕਰਨਾ ਸੀ, ਪਰ ਜੇ ਪੜ ਕੇ ਅਮਲ ਨਹੀਂ ਕੀਤਾ ਤਾਂ ਗੁਰੂ ਜੀ ਕਹਿੰਦੇ ਨੇ ਪੜ ਪੜ ਕੇ ਥੱਕ ਜਾਓਗੇ, ਲੇਕਿਨ ਸੰਤੋਖ ਨਹੀਂ ਆਏਗਾ ਜੇ ਅਮਲ ਨਹੀਂ ਕਰੋਗੇ। ਤਾਂ ਸਾਰੀ ਜ਼ਿੰਦਗੀ ਸੜਦਿਆਂ ਬੀਤੇਗੀ, ਦੁੱਖਾਂ ਵਿੱਚ, ਈਰਖਾ ਵਿੱਚ, ਦੁਐਸ਼ ਵਿੱਚ, ਵੈਰ ਵਿਰੋਧ ਵਿੱਚ। ਜੇ ਨਹੀਂ ਤਾਂ ਚਾਰ ਚੁਫੇਰੇ ਝਾਤੀ ਮਾਰ ਕੇ ਵੇਖ ਲਓ। ਕਿਸੇ ਵੀ ਧਰਮ ਦੇ ਲੋਕਾਂ ਨੂੰ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਉਹਨਾਂ ਦੇ ਆਪਣੇ ਆਪਣੇ ਧਰਮ ਦੇ ਅੰਦਰ ਝਾਤੀ ਮਾਰੋ। ਇੱਕ ਧਰਮ ਦੂਜੇ ਨਾਲ ਲੜ ਰਿਹਾ, ਉਸ ਗੱਲ ਨੂੰ ਛੱਡ ਦਿਓ। ਉਹਨਾਂ ਦੇ ਆਪਣੇ ਧਰਮ ਦੇ ਅੰਦਰ ਝਾਤੀ ਮਾਰੋ, ਜਿਹੜੇ ਪੜ ਰਹੇ ਨੇ ਆਪੋ ਆਪਣੇ ਧਰਮ ਗ੍ਰੰਥਾਂ ਨੂੰ। ਇਸਲਾਮ ਦੇ ਵਿੱਚ ਸ਼ੀਆ ਸੁੰਨੀ ਨੇ, ਉਹਨਾਂ ਦੀ ਆਪਸ 'ਚ ਨਹੀਂ ਬਣਦੀ। ਈਸਾਈਆਂ ਵਿੱਚ ਕੈਥੋਲਿਕ ਤੇ ਪ੍ਰੋਟੈਸਟੈਂਟ ਹੀ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਨਹੀਂ ਬਣਦੀ। ਤੇ ਸਿੱਖਾਂ ਦੇ ਅੰਦਰ ਸਭ ਤੋਂ ਜ਼ਿਆਦਾ ਬਾਣੀ ਪੜ੍ਹੀ ਜਾ ਰਹੀ ਹੈ। ਸਹਿਜ ਪਾਠ, ਅਖੰਡ ਪਾਠ, ਨਿਤਨੇਮ ਸਭ ਤੋਂ ਜ਼ਿਆਦਾ, ਸਭ ਧਰਮਾਂ ਨਾਲੋਂ ਜ਼ਿਆਦਾ ਪੜ ਰਹੇ ਨੇ। ਤੇ ਇੱਥੇ ਜਿਹੜਾ ਹਾਲ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਤੇ ਹੈ ਨਹੀਂ। ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਨੂੰ ਤਾਂ ਰਹਿਣ ਦਿਓ ਇੱਕ ਪਾਸੇ, ਵੀ ਉਹ ਪੜ੍ਹਦੇ ਹੀ ਨਹੀਂ, ਉਹਨਾਂ ਨੂੰ ਛੱਡ ਦਿਓ। ਜਿਹੜੇ ਪੜ ਰਹੇ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ, ਜਦੋਂ YouTube ਤੇ ਗੁਰਦੁਆਰਾ ਫਾਈਟ ਲਿਖੋਗੇ ਨਾ, ਤੇ ਉੱਥੇ ਅੰਮ੍ਰਿਤਧਾਰੀ ਘਸੁੰਨ ਮਾਰਦੇ ਨਜ਼ਰ ਆ ਰਹੇ। ਪੜ ਥੱਕੇ ਸੰਤੋਖ ਨਾ ਆਏ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁ ਗਿਣਤੀ ਦੀ ਗੱਲ ਹੈ। ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ। ਗੁਰੂ ਦੱਸੇ ਰਾਹ ਤੇ ਤੁਰਨ ਤੋਂ ਬਿਨਾ ਬੰਦੇ ਪੜ ਪੜ ਕੇ ਥੱਕ ਜਾਂਦੇ ਨੇ ਇਹ ਪੰਡਿਤ, ਪਰ ਸੰਤੋਖ ਨਹੀਂ ਆਉਂਦਾ, ਔਰ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਸੜਦਿਆਂ ਬੀਤਦੀ ਹੈ। ਕੂਕ ਪੁਕਾਰ ਨਾ ਚੁੱਕਈ, ਨਾ ਸੰਸਾ ਵਿੱਚੋਂ ਜਾਏ। ਕੂਕ ਪੁਕਾਰ ਦਾ ਮਤਲਬ ਰੋਣਾ ਚੀਕਣਾ, ਗਿਲੇ ਗੁਜ਼ਾਰੀ। ਸੰਸਾ ਦਾ ਮਤਲਬ ਤੋਖਲਾ। ਉਹਨਾਂ ਦਾ ਰੋਣਾ ਚੁੱਕਣਾ ਕਦੇ ਵੀ ਨਹੀਂ ਮੁੱਕਦਾ, ਗਿਲੇ ਗੁਜ਼ਾਰੀ ਕਦੇ ਵੀ ਨਹੀਂ ਮੁੱਕਦੀ, ਨਾ ਹੀ ਮਨ ਚੋਂ ਚਿੰਤਾ ਜਾਂਦੀ। ਜਿਹੜੇ ਨਿਰੇ ਪੜ ਰਹੇ ਨੇ, ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲ ਰਹੇ ਇਹ ਪੰਡਿਤ, ਉਹਨਾਂ ਦੀ ਗਿਲਾ ਗੁਜ਼ਾਰੀ ਨਹੀਂ ਮੁੱਕਦੀ, ਉਹਨਾਂ ਦੇ ਸ਼ਿਕਵੇ ਨਹੀਂ ਮੁੱਕਦੇ, ਉਹਨਾਂ ਦੇ ਅੰਦਰੋਂ ਚਿੰਤਾ ਨਹੀਂ ਜਾਂਦੀ, ਕਿਉਂਕਿ ਅੰਦਰ ਸੰਤੋਖ ਹੈ ਨਹੀਂ। ਤੇ ਬੰਦੇ ਦੇ ਅੰਦਰ ਗਿਲਾ ਗੁਜ਼ਾਰੀ ਬਣੀ ਰਹਿੰਦੀ ਹੈ ਨਾ, ਕਿ ਫਲਾਂ ਬੰਦੇ ਦੇ ਕੋਲ ਤੇ ਪੈਸਾ ਬਹੁਤ ਜ਼ਿਆਦਾ, ਉਹ ਤੇ ਬਾਣੀ ਵੀ ਨਹੀਂ ਪੜ੍ਹਦੇ। ਫਲਾਂ ਬੰਦੇ ਦੇ ਕੋਲ ਤੇ ਇੰਨੀ ਪ੍ਰੋਪਰਟੀ, ਉਹਨਾਂ ਨੇ ਤੇ ਅੰਮ੍ਰਿਤ ਵੀ ਨਹੀਂ ਛਕਿਆ। ਉਹ ਬੰਦਾ ਤੇ MLA ਜਿੱਤੀ ਬਣ ਗਿਆ, ਉਹਨੇ ਤੇ ਕਦੇ ਗੁਰਦੁਆਰੇ ਵੀ ਨਹੀਂ ਗਿਆ, ਤੇ ਅਸੀਂ ਰੋਜ਼ ਜਾਂਦੇ ਹਾਂ, ਸਾਡੇ ਕੋਲ ਤੇ ਕੁਛ ਵੀ ਨਹੀਂ। ਗਿਲੇ ਗੁਜ਼ਾਰੀ।
ਈਰਖਾ ਦਵੈਸ਼ ਵੈਰ ਵਿਰੋਧ ਹੈ ਨਾ, ਤਾਂ ਜਿਨਨੇ ਪਾਵਨ ਬਾਣੀ ਤੇ ਸੱਚ ਤੇ ਗੁਰੂ ਦੇ ਗਿਆਨ ਦੇ ਉੱਤੇ ਅਮਲ ਨਹੀਂ ਨਾ ਕੀਤਾ, ਉਹਨਾਂ ਦੀ ਗਿਲੇ ਗੁਜ਼ਾਰੀ ਕਦੇ ਵੀ ਨਹੀਂ ਮੁੱਕਦੀ। ਜਿਨ੍ਹਾਂ ਨੇ ਰੱਬੀ ਰਜ਼ਾ ਨੂੰ ਨਹੀਂ ਸਮਝਿਆ, ਨਾ ਹੀ ਸੰਸੇ ਜਾਂਦੇ ਨੇ। ਤੇ ਯਾਦ ਰੱਖਣਾ, ਜਿੱਥੇ ਗਿਲੇ ਗੁਜ਼ਾਰੀ ਹੈ ਨਾ, ਉੱਥੇ ਸ਼ਾਂਤੀ ਨਹੀਂ ਹੈ। ਹੁਣ ਇਹ ਚੀਜ਼ ਨੂੰ ਨਾ ਥੋੜਾ ਜਿਹਾ ਅਸੀਂ ਆਪਣੇ ਨਾਲ ਰਿਲੇਟ ਕਰਕੇ ਸਮਝਣ ਦਾ ਯਤਨ ਕਰੀਏ। ਅਸੀਂ ਸਾਰੇ ਬਾਣੀ ਪੜ੍ਹਨ ਵਾਲੇ, ਸਮਝਣ ਵਾਲੇ, ਤੇ ਜਦੋਂ ਇੱਕ ਦੂਜੇ ਨੂੰ ਫੋਨ ਕਰਦੇ ਆ, ਤੇ ਫਿਰ ਅਸੀਂ ਕੀ ਕਰਦੇ ਆ? ਜੇ ਕਿਸੇ ਦਾ ਫੋਨ ਆਇਆ, ਅੱਛਾ ਆ ਗਈ ਯਾਦ, ਕਦੇ ਯਾਦ ਹੀ ਨਹੀਂ ਕੀਤਾ ਯਾਰ, ਫੋਨ ਹੀ, ਅੱਛਾ ਵੱਡੇ ਬੰਦੇ ਹੋ ਗਏ, ਸਾਡੇ ਵਰਗਿਆਂ ਨਾਲ ਕਿੱਥੇ। ਹੁਣ ਇਹ ਗਿਲਾ ਹੀ ਹੈ ਨਾ। ਇਹਦਾ ਮਤਲਬ ਫੋਨ ਵੀ ਅਗਲੇ ਨੇ ਕੀਤਾ ਤੇ ਅਸੀਂ ਉਹਨੂੰ ਕੰਡੇ ਚੋਬ ਰਹੇ ਆ, ਗਿਲੇ ਕਰ ਰਹੇ ਆ। ਰਿਸ਼ਤੇਦਾਰੀਆਂ ਵਿੱਚ ਸਾਡੇ ਗਿਲੇ ਨੇ ਕਦੇ ਮਿਲਣ ਨਹੀਂ ਆਏ ਯਾਰ। ਤੁਸੀਂ ਬੰਦਾ ਪੁੱਛੇ ਵੀ ਜੇ ਨਹੀਂ ਆਏ ਤੇ ਗਿਲਾ ਕਰਨ ਦੀ ਕੀ ਲੋੜ ਹੈ, ਤੁਸੀਂ ਮਿਲਣ ਚਲੇ ਜਾਓ ਯਾਰ। ਤੂੰ ਕਦੇ ਫੋਨ ਨਹੀਂ ਕੀਤਾ ਤਾਂ ਗਿਲਾ ਕਰਨ ਦੀ ਕੀ ਲੋੜ ਹੈ ਕਿ ਤੂੰ ਫੋਨ ਕਰ ਲੈ, ਤੂੰ ਫੋਨ ਕਰ ਲੈ। ਤਾਂ ਕਹਿਣ ਤੋਂ ਭਾਵ, ਜਿੱਥੇ ਗਿਲੇ ਹੋਣਗੇ ਨਾ ਜਿਨ੍ਹਾਂ ਰਿਸ਼ਤਿਆਂ ਵਿੱਚ, ਉਹ ਰਿਸ਼ਤੇ ਬਹੁਤਾ ਚਿਰ ਨਿਭਦੇ ਨਹੀਂ, ਉਹ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਉਹ ਸੰਬੰਧ ਟੁੱਟ ਜਾਂਦੇ ਨੇ। ਇਸ ਲਈ ਆਪਣੀ ਜ਼ਿੰਦਗੀ ਚੋਂ ਗਿਲੇ ਗੁਜ਼ਾਰੀ ਖਤਮ ਕਰੋ, ਔਰ ਇਹ ਗਿਲੇ ਜਿਹੜੇ ਨੇ, ਸ਼ਿਕਵੇ ਜਿਹੜੇ ਨੇ, ਇਹਨਾਂ ਰਿਸ਼ਤਿਆਂ ਨੂੰ ਦੂਰ ਕਰ ਦੇਣ, ਤੋੜ ਦੇਣ, ਉਹ ਸ਼ਿਕਵੇ ਦੂਰ ਕਰ ਲਓ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਹਨਾਂ ਦੀ ਕੂਕ ਪੁਕਾਰ, ਉਹਨਾਂ ਦੀ ਗਿਲੇ ਗੁਜ਼ਾਰੀ ਮੁੱਕਦੀ ਨਹੀਂ, ਨਾ ਉਹਨਾਂ ਦੀ ਚਿੰਤਾ ਜਾਂਦੀ ਹੈ। ਤੇ ਹੋਊਗੀ ਆਮ ਸਿੰਪਲ ਗੱਲ, ਉਹਨਾਂ ਦੇ ਰੱਬ ਤੇ ਵੀ ਗਿਲੇ ਹੀ ਰਹਿੰਦੇ ਨੇ ਕਿ ਮੈਂ ਇੰਨੀ ਮਿਹਨਤ ਕੀਤੀ, ਰੱਬ ਨੇ ਮੈਨੂੰ ਤੇ ਮਿਹਨਤ ਦਾ ਫਲ ਦਿੱਤਾ ਨਹੀਂ। ਗਿਲੇ ਗੁਜ਼ਾਰੀ ਮੁੱਕਦੀ ਹੀ ਨਹੀਂ, ਕੂਕ ਪੁਕਾਰ ਮੁੱਕਦੀ ਹੀ ਨਹੀਂ। ਨਾਨਕ ਨਾਮ ਵਿਹੂਣਿਆ, ਮੂੰਹ ਕਾਲੇ ਉੱਠ ਜਾਏ। ਇਹ ਪੰਡਿਤ ਜਿਹੜੇ ਨਾਮ ਤੋਂ ਸਖਣੇ ਨੇ, ਨਾਮ ਦਾ ਮਤਲਬ ਰੱਬੀ ਗੁਣਾ ਤੋਂ ਸਖਣੇ ਨੇ, ਜਿਨ੍ਹਾਂ ਨੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਮੂੰਹ ਕਾਲੇ, ਕਾਲੇ ਮੂੰਹ ਨਾਲ ਮੁਕਾਲਕ ਖੱਟ ਕੇ ਇਸ ਦੁਨੀਆ ਤੋਂ ਚਲੇ ਜਾਂਦੇ, ਮੁਕਾਲਕ ਖੱਟ ਕੇ ਜਾਂਦੇ, ਬਦਨਾਮੀ ਖੱਟ ਕੇ ਜਾਂਦੇ। ਔਰ ਮੁਕਾਲਕ ਕੀ ਹੈ? ਹੁਣ ਹਰ ਬੰਦਾ ਆਪਣੀ ਜ਼ਿੰਦਗੀ ਵੱਲ ਆਪ ਵੇਖੇ ਕਿ ਕਿਤੇ ਮੈਂ ਮੁਕਾਲਕ ਤੇ ਨਹੀਂ ਖੱਟ ਰਿਹਾ, ਕਿ ਮਾਣ ਖੱਟ ਰਿਹਾ ਹਾਂ। ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਇਸ ਸਮਾਜ ਵਾਸਤੇ ਕੀ ਕੀਤਾ ਹੈ, ਇਸ ਦੁਨੀਆ ਨੂੰ ਸਾਡੀ ਕੀ ਦੇਣ ਹੈ। ਆਪਣੇ ਪਰਿਵਾਰ ਨੂੰ, ਸਮਾਜ ਨੂੰ, ਦੁਨੀਆ ਨੂੰ ਕੀ ਦੇਣ ਹੈ। ਅਸੀਂ ਕੀ ਦਿੱਤਾ ਹੈ ਸਮਾਜ ਨੂੰ, ਸਮਾਜ ਭਲਾਈ ਵਾਸਤੇ। ਜੇ ਅਸੀਂ ਵੇਖਾਂਗੇ ਕਿ ਸਾਡੀ ਸਮਾਜ ਨੂੰ ਦੇਣ ਹੈ ਜਾਤੀਵਾਦ, ਕਿਉਂਕਿ ਜਾਤੀਵਾਦ ਸਾਡੇ ਕਰਕੇ ਹੈ, ਈਰਖਾ ਦਵੈਸ਼, ਵੈਰ ਵਿਰੋਧ, ਮੇਰ ਤੇਰ ਦੇ ਵਿਤਕਰੇ, ਰਿਸ਼ਵਤ, ਚੋਰੀ, ਝੂਠ, ਬੇਈਮਾਨੀ, ਦਾਜ ਦਹੇਜ, ਭਰੂਣ ਹੱਤਿਆ, ਸਾਡੀ ਸਮਾਜ ਨੂੰ ਦੇਣ ਇਹ ਹੀ ਹੈ ਨਾ। ਤੇ ਜੇ ਇਹ ਹੀ ਦੇਣ ਹੈ, ਫਿਰ ਤੇ ਮੁਕਾਲਕ ਹੀ ਖੱਟ ਰਿਹਾ ਨਾ, ਬੰਦੇ ਨੇ ਮੁਕਾਲਕ ਹੀ ਖੱਟੀ। ਦੁਨੀਆ ਦੇ ਇਤਿਹਾਸ ਨੂੰ ਵੇਖੋ, ਹੁਣ ਕਿੱਡੀ ਵੱਡੀ ਮੁਕਾਲਕ ਖੱਟੀ ਨਾ, ਚੈਂਬਰਾਂ ਦੇ ਵਿੱਚ ਪਾ ਕੇ ਬੰਦਿਆਂ ਨੂੰ ਸਾੜਨਾ, ਜਾਂ 84 ਦੇ ਵਿੱਚ ਹੁਣ ਕਿੰਨਾ ਕਤਲਾਮ ਕੀਤਾ ਗਿਆ ਨਾ, ਮੁਕਾਲਕ ਹੀ ਹੈ ਨਾ। 2-2 ਸਾਲ ਦੀਆਂ ਬੱਚੀਆਂ ਨਾਲ ਜ਼ਬਰ ਜਨਾਹ, ਮੁਕਾਲਕ ਹੀ ਹੈ ਨਾ। ਰਿਸ਼ਵਤਖੋਰੀ, ਚੋਰ ਬਜ਼ਾਰੀ, ਮੁਕਾਲਕ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਸੱਚ ਦੇ ਨਾਲੋਂ ਟੁੱਟੇ ਹੋਏ ਨੇ, ਇਸ ਦੁਨੀਆ ਤੋਂ ਮੁਕਾਲਕ ਖੱਟ ਕੇ ਜਾਂਦੇ ਨੇ। ਪੌੜੀ, ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ। ਇਹਨੂੰ ਦਸਾਈ ਨਹੀਂ ਪੜਨਾ, ਦਸਾਈ। ਮੈਂ ਪੁੱਛਾਂ, ਹਰ ਸੱਜਣ ਮੇਲ ਪਿਆਰੇ ਦਾ ਮਤਲਬ ਮੈਨੂੰ ਉਹਨਾਂ ਪਿਆਰਿਆਂ ਦੇ ਨਾਲ ਮੇਲ, ਪ੍ਰਭੂ ਜੋ ਤੇਰੇ ਪਿਆਰੇ ਨੇ, ਜੋ ਗੁਰਮੁਖ ਨੇ। ਹੇ ਪਿਆਰੇ ਹਰੀ, ਮੈਨੂੰ ਆਪਣੇ ਪਿਆਰੇ ਦਾਸਾਂ ਦੇ ਨਾਲ ਮਿਲਾ। ਮਿਲ ਪੰਥ ਦਸਾਈ, ਮੈਂ ਉਹਨਾਂ ਤੋਂ ਮਿਲ ਕੇ ਰਾਹ ਪੁੱਛਾਂ ਕਿ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਜੋ ਹਰ ਦੱਸੇ ਮਿੱਤ, ਤਿਸ ਹੋਂ ਬਲ ਜਾਈ। ਜਿਹੜਾ ਮੈਨੂੰ ਹਰੀ ਮਿੱਤਰ ਦੀ ਖਬਰ ਦੱਸੇ, ਜਿਹੜਾ ਮੈਨੂੰ ਪ੍ਰਭੂ ਮਿਲਾਪ ਦਾ ਰਾਹ ਦੱਸੇ, ਜੋ ਮੈਨੂੰ ਰੱਬ ਦੇ ਵਿੱਚ ਲੀਨ ਹੋਣ ਦਾ ਰਾਹ ਦੱਸੇ, ਮੈਂ ਉਹਦੇ ਤੋਂ ਕੁਰਬਾਨ ਜਾਵਾਂ, ਵਾਰ ਨੇ ਸਦਕੇ ਜਾਵਾਂ, ਬਲਿਹਾਰ ਜਾਵਾਂ। ਗੁਣ ਸਾਂਝੀ ਤਿਨ ਸਿਉ ਕਰੀ, ਕਰੀ ਨਹੀਂ ਕਰੀ, ਹਰ ਨਾਮ ਧਿਆਈ। ਉਹਨਾਂ ਨਾਲ ਮੈਂ ਗੁਣਾਂ ਦੀ ਪਿਆਲੀ ਪਾਵਾਂ, ਸਾਂਝ ਪਾਵਾਂ।
ਹਰ ਨਾਮ ਧਿਆਈ ਦਾ ਮਤਲਬ ਮੈਂ ਰੱਬੀ ਹੁਕਮ ਨੂੰ ਆਪਣੇ ਚੇਤੇ ਵਿੱਚ ਵਸਾਵਾਂ। ਜੇ ਰੱਬ ਦੇ ਪਿਆਰੇ ਮੈਨੂੰ ਮਿਲਣ, ਮੈਂ ਰੱਬ ਦੇ ਪਿਆਰਿਆਂ ਤੋਂ ਮਿਲਾਪ ਦਾ ਸਾਧਨ ਪੁੱਛਾਂ, ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਪਾਵਾਂ ਔਰ ਮੈਂ ਰੱਬੀ ਹੁਕਮ ਨੂੰ ਹਮੇਸ਼ਾ ਹਮੇਸ਼ਾ ਯਾਦ ਰੱਖਾਂ। ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਮੈਂ ਆਪਣੇ ਪਿਆਰੇ ਨੂੰ ਸੇਵਾ ਦਾ ਮਤਲਬ ਰੱਬੀ ਹੁਕਮ ਵਿੱਚ ਤੁਰਾਂ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂ ਤੇ ਰੱਬ ਦੀ ਸੇਵਾ ਕਰਕੇ, ਰੱਬ ਦੀ ਕਾਰ ਕਰਕੇ, ਰੱਬੀ ਹੁਕਮ ਵਿੱਚ ਤੁਰ ਕੇ ਸੁਖ ਪਾਈ ਦਾ ਮਤਲਬ ਮੈਂ ਸੁਖ ਪਾਵਾਂ, ਮੈਨੂੰ ਸੁੱਖਾਂ ਦੀ ਦਾਤ ਮਿਲੇ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਮੈਂ ਉਸ ਗੁਰੂ ਤੋਂ ਸਦਕੇ ਕੁਰਬਾਨ ਵਾਰਨੇ ਹੋਵਾਂ ਜਿਸ ਗੁਰੂ ਨੇ ਮੈਨੂੰ ਇਹ ਸੂਝ ਪਾਈ ਹੈ, ਸੂਝ ਬਖਸ਼ੀ ਹੈ। ਯਾਨੀ ਗੁਰੂ ਜਿਹੜਾ ਹੈ ਉਹ ਸਾਨੂੰ ਪ੍ਰਭੂ ਦਾ ਰਾਹ, ਰੱਬ ਦੀ ਰਜ਼ਾ, ਰੱਬ ਦਾ ਭਾਣਾ, ਰੱਬੀ ਗੁਣਾਂ ਬਾਰੇ ਸੂਝ ਸਮਝ ਔਰ ਗਿਆਨ ਦੀ ਦਾਤ ਦੇਵੇਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਰੱਬੀ ਰਾਹ ਤੇ ਤੁਰਨ ਦੀ ਸੂਝ ਪੈਦਾ ਹੋਵੇ, ਅਸੀਂ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਸਕੀਏ, ਅਸੀਂ ਰੱਬੀ ਰਜ਼ਾ ਦੇ ਅੰਦਰ ਸਦਾ ਸਦਾ ਵਾਸਤੇ ਸਮਾ ਜਾਈਏ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਕਿ ਅਸੀਂ ਗੁਰੂ ਤੋਂ ਕੁਰਬਾਨ ਜਾਈਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਸੁਣੀਏ, ਵਿਚਾਰੀਏ ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦਾ